ਇੰਨਾ ਭਰੋਸਾ ਸੀ ਉਸ ਵੇਲੇ। ਜੇ ਕੋਈ ਮੈਨੂੰ ਪੰਡਤ ਵੀ ਕਹਿ ਦਿੰਦਾ ਸੀ ਨਾ ਵੀ ਐਤਕੀ ਟਿਕਟ ਨਹੀਂ ਮਿਲਣੀ, ਮੈਂ ਕਹਿੰਦਾ ਯਾਰ ਤੈਨੂੰ ਪੜ੍ਹਨੀ ਨਹੀਂ ਆਉਂਦੀ ਪੱਤਰੀ, ਟਿਕਟ ਵੀ ਮਿਲੂਗੀ, ਜਿੱਤੂਗਾ ਵੀ। ਮੈਂ ਉਹਨਾਂ ਦੀ ਮਾਤਾ ਦੇ ਨਾਂ ਤੇ ਸੜਕ ਬਣਾਤੀ ਜੀ, ਉਹ ਮੈਨੂੰ ਭਾਰੀ ਪੈ ਗਈ। ਮੈਂ 22 ਸਾਲ ਕਾਂਗਰਸ ਚਲਾਏ, 15 ਸਾਲ ਮੋਗੇ ਚਲਾਏ ਜੀ। ਉਹਨਾਂ ਨੇ ਤਾਂ 22 ਮਿੰਟ ਵੀ ਨਹੀਂ ਤੇ 15 ਮਿੰਟ ਵੀ ਨਹੀਂ। ਕਾਂਗਰਸ ਦੀ ਮਾੜੇ ਸਮੇਂ ਕਰਕੇ ਬੁੱਧੀ ਭ੍ਰਿਸ਼ਟ ਹੋ ਗਈ। ਭਾਰਤੀ ਜਨਤਾ ਪਾਰਟੀ ਜਾਣ ਦਾ ਸਬੱਬ ਕਿੱਦਾਂ ਬਣਿਆ? ਕੇਂਦਰ 'ਚ ਸਰਕਾਰ ਆ, ਅਗਲੇ ਬੜਕਾ ਮਾਰਦੇ ਫਿਰਦੇ, ਪੰਜਾਬ 'ਚ ਆ ਕੇ ਅੱਧੀ ਕਾਂਗਰਸ ਤੋਂ ਲੈ ਗਿਆ, ਜਾਣੀ ਗੱਲ ਕੀ ਹੋਈ? ਇੱਦਾਂ ਦੇ ਜਦੋਂ ਹਾਲਾਤ ਬਣ ਜਾਣ ਤਾਂ ਫਿਰ ਇਹੋ ਜਿਹੀ ਪਾਰਟੀ 'ਚ ਕੋਈ ਰਹਿਣ ਦਾ ਸਬੱਬ ਵੀ ਨਹੀਂ ਹੁੰਦਾ। ਜੇ ਕਿਤੇ ਤੁਹਾਨੂੰ ਇਦਾਂ ਪਤਾ ਲੱਗਾ ਕਿ ਕੋਈ ਸਕੀਮ ਕੇਂਦਰ ਕੋ ਹੈਗੀ ਆ, ਆਮ ਆਦਮੀ ਪਾਰਟੀ ਵਾਲਿਆਂ ਦੇ ਕੰਨ 'ਚ ਫੂਕ ਮਾਰ ਦਿਓ ਕਿ ਭਾਈ ਇਦਾਂ ਦੀ ਸਕੀਮ ਹੈਗੀ ਆ, ਮੁੜ ਕੇ ਪ੍ਰੈਸ ਕਾਨਫਰੰਸ ਕਰ ਦਿਓ, ਅਸੀਂ ਨਾ ਤੁਹਾਡਾ ਹੀ ਲਾਵਾਂਗੇ ਕਿ ਭਾਈ ਡਾਕਟਰ ਹਰਜੋਤ ਕਮਲ ਨੇ ਕਰਾਤਾ, ਕਿਤੇ ਇਹ ਨਾ ਕਹੋ ਕਿ ਸਾਡੀ ਸਰਕਾਰ ਆਊ ਤਾਂ ਫੇਰ ਕਰਾਂਗੇ। ਕਰੋਗੇ? ਬੀਜੇਪੀ ਨੂੰ ਪੰਜਾਬ ਦੀ ਸ਼ਾਇਦ ਉਨੀ ਲੋੜ ਹੋਵੇ ਨਾ ਹੋਵੇ, ਅੱਜ ਪੰਜਾਬ ਨੂੰ ਬੀਜੇਪੀ ਦੀ ਬਹੁਤ ਲੋੜ ਆ। ਅਕਾਲੀ ਦਲ ਵਾਲਿਆਂ ਦੀ ਸਰਕਾਰ ਹੋਵੇ ਕਹਿੰਦੇ ਦਿੱਲੀ ਧੱਕਾ ਕਰਦੀ ਹੈ, ਕਾਂਗਰਸ ਦੀ ਸਰਕਾਰ ਹੋਵੇ ਦਿੱਲੀ ਧੱਕਾ ਕਰਦੀ ਹੈ। ਤੁਸੀਂ ਹੁਣ ਉਸ ਪਾਰਟੀ ਚੋਂ ਜਿਨ੍ਹਾਂ ਦੀ ਦਿੱਲੀ 'ਚ ਸਰਕਾਰ ਹੈ। ਪੰਜਾਬ ਦੇ ਵਿੱਚ ਜਿਹੜੀ ਹੁਣ ਸਰਕਾਰ ਬਣੀ, ਉਹਨਾਂ ਨੇ ਤਾਂ ਦਿੱਲੀ ਮਾਡਲ ਦਿਖਾ ਕੇ ਆਪਦੇ ਸਰਕਾਰ ਬਣਾ ਲਈ, ਇਸ ਕਰਕੇ ਦਿੱਲੀ 'ਚ ਤਾਂ ਕੋਈ ਮਾੜਾ ਨਹੀਂ। ਜਦੋਂ ਕਿਤੇ ਜਾਂਦੇ ਹੋ ਆਪਦੀ ਕੋਈ ਇੰਚਾਰਜੀ ਪੱਕੀ ਕਰਦੇ ਕਿ ਪੰਜਾਬ ਦੇ ਲਈ ਵੀ ਮਾੜਾ ਮੋਟਾ ਕਿਤੇ ਹੱਥ ਪੱਲਾ ਮਾਰਿਓ ਕਿਤੇ? ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਆਫਰ ਆਈ ਸੀ, ਠੀਕ ਹੈ, ਤੇ ਮੈਨੂੰ ਆਮ ਆਦਮੀ ਪਾਰਟੀ ਦੇ ਤਾਂ ਐਨ ਐਂਡ ਤੱਕ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਪਰਮਵੀਰ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਪ੍ਰਾਈਮ ਟਾਈਮ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਮੋਗਾ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਡਾਕਟਰ ਹਰਜੋਤ ਕਮਲ ਹੋਰਾਂ ਦੇ ਨਾਲ ਗੱਲਬਾਤ ਕਰਨੀ ਹੈ, ਤੇ ਗੱਲਬਾਤ ਕੇਵਲ ਮੋਗੇ ਤੱਕ ਸੀਮਿਤ ਨਹੀਂ ਰਹਿਣੀ। ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਨੇ ਲੰਬਾ ਸਮਾਂ ਕੰਮ ਕੀਤਾ। ਮੋਗਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਨੇ 2017 ਦੇ ਵਿੱਚ ਟਿਕਟ ਦਿੱਤੀ, ਪਹਿਲੀ ਵਾਰ ਚੋਣ ਲੜੀ, ਪਹਿਲੀ ਵਾਰ ਜਿੱਤ ਕੇ MLA ਬਣੇ। ਉਹਦੇ ਤੋਂ ਬਾਅਦ ਮੋਗਾ ਵਿਧਾਨ ਸਭਾ ਹਲਕਾ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਸੀ, ਖਾਸ ਤੌਰ ਦੇ ਉੱਤੇ ਟਿਕਟਾਂ ਦੇ ਪੱਖੋਂ। ਟਿਕਟ ਬਦਲੀ, ਡਾਕਟਰ ਹਰਜੋਤ ਕਮਲ ਭਾਰਤੀ ਜਨਤਾ ਪਾਰਟੀ 'ਚ ਗਏ, ਭਾਰਤੀ ਜਨਤਾ ਪਾਰਟੀ ਨੇ ਟਿਕਟ ਦਿੱਤੀ, ਉਹਨਾਂ ਨੇ ਚੋਣ ਲੜੀ। ਅੱਜ ਕੱਲ੍ਹ ਉਹ BJP ਦੇ ਵਿੱਚ ਸਰਗਰਮ ਨੇ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਅਗਲੀ ਸਰਕਾਰ ਬਣਾਉਣ ਦਾ ਦਾਅਵਾ ਕਰਦੀ ਹੈ। ਸਰਕਾਰ ਬਣਾਉਣ ਦੇ ਵਿੱਚ ਕਿੰਨਾ ਕਾਮਯਾਬ ਰਹੇਗੀ ਇਹ 2027 ਨੇ ਦੱਸਣਾ, ਪਰ ਬਹੁਤ ਸਾਰੀਆਂ ਗੱਲਾਂ ਕਰਨੀਆਂ। 3 ਹਿੱਸਿਆਂ ਦੇ ਵਿੱਚ ਆਪਾਂ ਗੱਲਬਾਤ ਵੰਡਾਂਗੇ। ਡਾਕਟਰ ਹਰਜੋਤ ਕਮਲ ਹੋਰਾਂ ਦਾ ਰਾਜਸੀ ਪਿਛੋਕੜ, ਕਿ ਭਾਈ ਪਰਿਵਾਰਕ ਤੌਰ 'ਤੇ ਸਿਆਸਤ 'ਚ ਆਏ ਜਾਂ ਆਪਣੇ ਤੌਰ ਦੇ ਉੱਤੇ ਆਏ, ਟਿਕਟ ਮਿਲੀ, ਜਿੱਤੇ ਕਿਵੇਂ, ਜਿੱਤ ਕੇ 5 ਸਾਲ ਮੋਗੇ 'ਚ ਕੀ ਕੀਤਾ, ਇੱਕ ਉਹ ਚਰਚਾ ਕਰਨੀ ਆ। ਦੂਸਰਾ, ਪਾਰਟੀ ਬਦਲ ਗਏ, ਪਾਰਟੀ ਕਿਉਂ ਬਦਲੀ, ਕਾਰਨ ਕੀ ਰਿਹਾ ਪਿੱਛੇ ਭਾਈ, ਉਹਦੇ ਪਿੱਛੇ ਵੀ। ਤੇ ਹੁਣ ਭਾਰਤੀ ਜਨਤਾ ਪਾਰਟੀ ਸਰਗਰਮੀਆਂ ਕਿਨੇ? ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਹਿਬ, ਕੀ ਹਾਲ ਚਾਲ? ਬਹੁਤ ਬਹੁਤ ਧੰਨਵਾਦ, ਤੁਸੀਂ ਦਰਸ਼ਕਾਂ ਦੇ ਆਪਣੇ ਸਾਰਿਆਂ ਦੇ ਰੂਬਰੂ ਕੀਤਾ ਅੱਜ। ਡਾਕਟਰ ਸਾਹਿਬ, ਮੈਂ ਇੱਕ ਗੱਲ ਜ਼ਰੂਰ ਪੁੱਛਣੀ ਆ। ਆਮ ਤੌਰ ਦੇ ਉੱਤੇ ਸਿਆਸਤ ਕਰਨੀ ਜਿਹੜੀ ਆ ਸੁਖਾਲੀ ਨਹੀਂ ਹੁੰਦੀ, ਕਿਉਂਕਿ ਮੈਂ ਹਰ ਇੱਕ ਲੀਡਰ ਨੂੰ ਇਹ ਸਵਾਲ ਪੁੱਛਦਾ ਹੁੰਦਾ ਕਿ ਤੁਹਾਨੂੰ ਵਿਰਾਸਤ ਦੇ ਵਿੱਚ, ਥਾਲ ਦੇ ਵਿੱਚ ਇਹ ਕੰਮ ਪਰੋਸ ਕੇ ਮਿਲਿਆ, ਤੁਸੀਂ MLA ਬਣ ਗਏ, ਜਾਂ ਫਿਰ ਮਾੜਾ ਮੋਟਾ ਸਿਰ ਖੁਦ ਕਰਨਾ ਪਿਆ? ਵੈਸੇ ਆਮ ਤੌਰ ਤੇ ਕਹਿੰਦੇ ਆ ਜੀ ਵੀ ਬੋਰਡ ਦੇ ਥੱਲੇ ਬੋਰਡ ਲੱਗਦਾ ਨਹੀਂ ਜੀ, ਪਰ ਸਿਆਸਤ ਵਿੱਚ ਇਸ ਤੋਂ ਉਲਟਿਆ ਗੱਲ। ਆਮ ਤੌਰ ਤੇ ਦੇਖਿਆ ਜਾਂਦਾ ਕਿ ਲੀਡਰਾਂ ਦੇ ਬੱਚੇ ਹੀ ਗਾਂ ਅੱਛੇ ਲੀਡਰ ਬਣ ਜਾਂਦੇ ਆ, ਪਰ ਮੈਂ ਇਸ ਗੱਲੋਂ ਸ਼ਾਇਦ ਵੱਖਰੇ ਕਿਸਮ ਨਾਲ ਨਿਕਲਿਆ ਜੀ। ਮੇਰੇ ਫਾਦਰ ਸਾਹਿਬ ਐਕਸ ਸਰਵਿਸਮੈਨ ਸੀ, ਇੰਜੀਨੀਅਰ ਸੀ ਆਰਮੀ 'ਚ, ਮੇਰੇ ਮਦਰ ਟੀਚਰ ਸੀ, ਠੀਕ ਹੈ ਜੀ, ਪ੍ਰਾਇਮਰੀ ਸਕੂਲ 'ਚ। ਸੋ ਪਰਿਵਾਰ ਦੇ ਵਿੱਚੋਂ ਤਾਂ ਕੋਈ ਪੰਚਾਇਤ ਮੈਂਬਰ ਵੀ ਹੈ ਨਹੀਂ ਸੀਗਾ, ਨਹੀਂ ਕੋਈ ਨਹੀਂ ਸੀਗਾ ਜੀ। ਬਸ ਉਹ ਇੱਕ ਕਿਸੇ ਬਾਰੇ ਕਿਸੇ ਨੇ ਨੋਰਾ ਜਿਹਾ ਮਾਰਤਾ ਤਾਂ ਉਹ ਜੱਬੇ ਬਾਣ ਲਾਗੋ ਤਵੇ ਰੋਸ ਜਾਗੇ ਵਾਲੇ ਹੌਲੀ ਹੌਲੀ ਇੱਧਰ ਨੂੰ ਮਤਲਬ ਪੈਰ ਜਿਹਾ ਧਰਾਵਾ ਹੋ ਗਿਆ। ਉਦੋਂ ਬਾਅਦ ਬਸ ਫਿਰ ਐਸਾ ਤੁਰੇ
ਕੋਈ ਭੂਆ ਫੁੱਫੜ ਮਾਸੜ ਕੋਈ ਰਿਸ਼ਤੇਦਾਰ ਦੂਰ ਦਾ ਐਮਐਲਏ ਕੋਈ ਸਾਬਕਾ ਮੰਤਰੀ? ਜਦੋਂ ਮੈਂ ਐਮਐਲਏ ਬਣਿਆ ਉਦੋਂ ਤਾਂ ਕੋਈ ਨਹੀਂ ਸੀਗਾ ਜੀ। ਜਦੋਂ ਕੋਈ ਨਹੀਂ ਸੀਗਾ, ਠੀਕ ਹੈ ਜੀ। ਬਿਲਕੁਲ। ਯਾਨੀ ਸਿਆਸਤ ਦੇ ਵਿੱਚ ਫਿਰ ਆਉਣਾ ਕਿੱਦਾਂ ਬਣਿਆ? ਨਾ ਭਾਵੇਂ ਨਾ ਲਿਓ ਵੀ ਕੀ ਹੋਇਆ, ਯਾਨੀ ਕਿਹਨੇ ਨਿਹੋਰਾ ਮਾਰਤਾ, ਉਹਦਾ ਗੱਲ ਕੀ ਹੋਈ ਸੀ? ਨਹੀਂ ਉਹ ਮੈਂ ਚਲੋ ਮੈਨੂੰ ਕੋਈ ਨਾਂ ਲੈਣ 'ਚ ਹਰਜੀ ਨਹੀਂ ਜੀ। ਆਪਾਂ ਤਾਂ ਬੜੀ ਪੱਧਰੀ ਜੀ ਖੁੱਲੀ ਕਿਤਾਬ ਆ ਜੀ, ਤੇ ਤਾਸ਼ ਵੀ ਨਹੀਂ ਖੇਲਣੀ ਆਉਂਦੀ, ਉਹੀ ਆਉਂਦੀ ਖੇਲਣੀ ਜਿਹੜੇ ਸਿੱਧੇ ਪੱਤੇ ਹੀ ਰੱਖੇ ਹੁੰਦੇ ਆ ਮੈਂ। ਸੋ ਇਸ ਕਰਕੇ ਅਸੀਂ ਪੋਲੀਟੈਕਨਿਕ ਕਾਲਜ ਸਟਾਰਟ ਕੀਤਾ ਪਹਿਲਾਂ। ਉਸ ਤੋਂ ਪਹਿਲਾਂ ਮੈਂ ਅਜੀਤਵਾਲ 'ਚ ਸੈਟਲ ਹੋ ਗਿਆ। ਮੋਗੇ ਦੇ ਵਿੱਚ ਮੈਂ ਐਜ਼ ਸਟੂਡੈਂਟ BMS ਕਰਨ ਆਇਆ ਸੀ ਜੀ। ਉਸ ਤੋਂ ਬਾਅਦ ਇੱਥੋਂ ਚੱਲ ਗਿਆ ਮੈਂ, ਗੁਰੂ ਨਾਨਕ ਮਿਸ਼ਨ ਜੌਬ ਕੀਤੀ ਜੀ। ਬਾਅਦ 'ਚ ਕਿਸਮਤ ਇੱਧਰ ਫੇਰ ਲੈ ਆਈ, ਜੌਬ ਮਿਲ ਗਈ, ਮੈਰਿਜ ਇੱਧਰ ਹੋ ਗਈ ਜੀ। ਅਜੀਤਵਾਲ ਦੇ ਵਿੱਚ ਹਸਪੀਟਲ ਬਣਾਇਆ, ਮੇਰੀ ਵਾਈਫ ਗਾਇਨੀਕੋਲੋਜਿਸਟ ਹੈ, ਵਧੀਆ ਚੱਲਿਆ ਜੀ। ਕਾਲਜਿਸ ਨਾਲ ਸਟਾਰਟ ਕੀਤੇ। ਉਹ ਪਹਿਲੇ ਕਾਲਜ ਦੀ ਇਨੈਗੋਰੇਸ਼ਨ ਸੀ ਤੇ ਜਥੇਦਾਰ ਤੋਤਾ ਸਿੰਘ ਜੀ ਉੱਥੇ ਪਹੁੰਚੇ ਨਹੀਂ ਉਦਘਾਟਨੀ ਸਮਾਰੋਹ ਤੇ ਜੀ। ਉਹ ਜਿਹੜੇ ਦੂਸਰੇ ਦੋ ਮੰਤਰੀ ਸਾਹਿਬਾਨ ਸੀ, ਬੀਬੀ ਭਿੰਦਰਜੀਤ ਕੌਰ ਜੀ, ਉਹ ਟੈਕਨੀਕਲ ਐਜੂਕੇਸ਼ਨ ਮਿਨਿਸਟਰ ਸੀਗੇ, ਤੇ ਜਿਹੜੇ ਕੁਹਾਰ ਸਾਹਿਬ ਸੀ ਉਹ ਮੇਰੇ ਪਾਰਟਨਰ ਸੀ, ਉਹਨਾਂ ਦੇ ਰਿਸ਼ਤੇਦਾਰ ਵੀ ਸੀ, ਉਹ ਵੀ ਮਿਨਿਸਟਰ ਸੀ। ਠੀਕ ਹੈ ਜੀ। ਜਥੇਦਾਰ ਜੀ ਮੋਗੇ ਵਾਲੇ ਥਾਂ ਤੇ ਤਾਂ ਪਹੁੰਚ ਗਏ ਰੈਸਟ ਹਾਊਸ ਜੀ, ਤੇ ਉਹ ਜਿੱਥੇ ਨੀਂਹ ਪੱਥਰ ਰੱਖਣਾ ਸੀ ਉਹ ਮੇਰੀ ਜ਼ਮੀਨ ਸੀਗੀ ਜਿਹਦੇ ਚ ਕਾਲਜ ਬਣਾਉਣਾ ਸੀ, ਤੇ ਅਜੇ ਟੈਂਪਰੇਰੀ ਸਾਈਟ ਤੇ ਸਟਾਰਟ ਕਰਨਾ ਸੀਗਾ। ਉਹ ਟੈਂਪਰੇਰੀ ਸਾਈਟ ਤੇ ਉਦੋਂ ਬਾਅਦ ਪਹੁੰਚ ਗਏ, ਉੱਥੇ ਨਹੀਂ ਗਏ। ਤੇ ਮੇਰੇ ਸਾਥੀ ਉਹਨਾਂ ਦਾ ਜਦੋਂ ਮੰਤਰੀ ਸਾਹਿਬਾਨ ਦਾ ਧੰਨਵਾਦ ਕਰਨ ਗਏ ਤਾਂ ਉਹਨਾਂ ਨੇ ਜਥੇਦਾਰ ਜੀ ਨੂੰ ਪੁੱਛਿਆ ਵੀ ਤੁਸੀਂ ਜੀ ਉਹ ਗਲਤੀ ਨਾਲ ਸਿੱਧੇ ਉੱਥੇ ਚਲ ਗਏ, ਉੱਥੇ ਹੀ ਨਹੀਂ ਆਏ। ਉਹ ਕਹਿੰਦੇ ਵੀ ਮੇਰੀ ਵਾਈਫ ਡਾਕਟਰ ਮਾਲਤੀ ਥਾਪਰ ਦੇ ਹਸਪੀਟਲ ਜੌਬ ਕਰਦੇ ਰਹੇ ਤੁਹਾਡੇ ਐਜ਼ ਡਾਕਟਰ। ਠੀਕ ਹੈ ਜੀ। ਤਾਂ ਉਹਨਾਂ ਦੀ ਕਜ਼ਨ ਦੇ ਨਾਲ ਪੜ੍ਹੇ ਸੀ ਤੇ ਉੱਥੇ ਹੀ ਮੁੜ ਕੇ ਉਹ ਜੌਬ ਕਰਨ ਲੱਗ ਪਏ ਐਜ਼ ਡਾਕਟਰ। ਤੇ ਉਹ ਡਾਕਟਰ ਮਾਲਤੀ ਉਦੋਂ MLA ਮੰਤਰੀ ਸੀ। ਉਹ ਇਸ ਕਰਕੇ ਫਿਰ ਉਹ ਜਥੇਦਾਰ ਜੀ ਕਹਿੰਦੇ ਵੀ ਜਿਹੜੇ ਮੇਰੇ ਇਸ ਪਿੰਡ ਦੇ ਬੰਦੇ ਆ, ਉਹ ਕਹਿੰਦੇ ਲੈ ਇਹ ਤਾਂ ਕਾਂਗਰਸੀ ਪਰਿਵਾਰ ਹੈ, ਤੁਸੀਂ ਇਹਨਾਂ ਦੇ ਕਾਹਤੋਂ ਜਾਣਾ ਸੀ? ਕਹਿੰਦੇ ਮੈਂ ਤਾਂ ਨਹੀਂ ਗਿਆ ਜਾਣ ਕੇ। ਉਹ ਜਦੋਂ ਮੈਨੂੰ ਉਹਨਾਂ ਨੇ ਦੱਸਿਆ ਮੈਨੂੰ ਲੱਗਿਆ, ਮੈਂ ਕਿਹਾ ਵੀ ਮੈਂ ਤਾਂ ਕੋਈ ਸਿਆਸਤ ਦੇ ਵਿੱਚ ਮੇਰਾ ਕੋਈ ਲੱਲਾ ਭੱਬਾ ਹੀ ਹੈ ਨਹੀਂ ਜੀ। ਡਾਕਟਰੀ ਕੀਤੀ ਆ ਮੈਂ, ਹਸਪੀਟਲ ਚਲਾਈ ਜਾਂਦਾ, ਕਾਲਜਿਸ ਖੋਲ੍ਹੇ ਆ, ਇਹ ਮੇਰੇ ਆਪਣੇ ਪਿੰਡ ਦੇ ਵਿੱਚ ਆ, ਤੇ ਨੈਚੁਰਲੀ ਉਹਦੀ ਕੰਸਟਰਕਸ਼ਨ 'ਚ ਉਹਦੇ ਸਾਰੇ 'ਚ ਮੈਂ ਹੀ ਸਭ ਤੋਂ ਵੱਧ ਸਰਗਰਮ ਸੀ। ਈਵਨ ਮੈਂ ਤਾਂ ਚੰਡੀਗੜ੍ਹ ਤੱਕ ਵੀ ਨਹੀਂ ਜਾਂਦਾ ਸੀਗਾ। ਠੀਕ ਹੈ ਜੀ। ਪਰ ਉਹ ਜਦੋਂ ਉਹਨਾਂ ਨੇ ਇਦਾਂ ਕਹਿਤਾ ਵੀ ਕਾਂਗਰਸੀ ਪਰਿਵਾਰ, ਥੋੜਾ ਜਿਹਾ ਮੈਨੂੰ ਲੱਗਿਆ ਵੀ ਇਹ ਤਾਂ ਮਤਲਬ ਤਾਂ ਠੱਪਾ ਤਾਂ ਫਿਰ ਲੱਗਿਆ ਹੀ ਪਿਆ। ਇਹ ਕਿਹੜੇ ਸਾਲ ਦੀ ਗੱਲ ਆ? ਇਹ 96 ਦੀ ਗੱਲ ਹੋਣੀ ਹੈ ਜੀ। ਠੀਕ ਹੈ ਜੀ। ਬਸ ਉਹ ਫਿਰ ਉਹ ਅੰਦਰ ਜਿਵੇਂ ਨਹੀਂ ਉਹ ਲੱਗ ਗਈ ਵੀ ਕਾਂਗਰਸੀ ਯਾਰ, ਮੈਂ ਤਾਂ ਫਿਰ ਮੈਨੂੰ ਪਤਾ ਹੀ ਨਹੀਂ ਸੀ ਮੈਂ ਕਾਂਗਰਸੀ ਹਾਂ। ਠੀਕ ਹੈ ਜੀ। ਹਾਂ, ਮੈਨੂੰ ਵੀ ਨਹੀਂ ਪਤਾ ਸੀ ਮੈਂ ਕਾਂਗਰਸੀ ਹਾਂ। ਪਰ ਉਹ ਫਿਰ ਉਸ ਤੋਂ ਬਾਅਦ ਕੁਲਜੀਤ ਨਾਗਰਾ ਭਾਜੀ ਹੁਣੀ ਪੁਰਾਣੇ ਦੋਸਤ ਸੀਗੇ ਯੂਨੀਵਰਸਿਟੀ ਵੇਲੇ ਦੇ, ਤੇ ਉਹ ਕਾਂਗਰਸ 'ਚ ਚਲ ਗਏ ਜੀ। ਤੇ ਮੇਰੇ ਤੇ ਉਹੀ ਧੱਕੇ ਨਾਲ ਜਿਹੜਾ ਥੱਬਾ ਲਾਤਾ ਕਾਂਗਰਸ ਦਾ, ਉਹ ਥੋੜਾ ਜਿਹਾ ਕਾਂਗਰਸ ਨਾਲ ਝੁਕਾਅ ਹੋ ਗਿਆ। ਠੀਕ ਹੈ ਜੀ। ਕੁਲਜੀਤ ਨਾਗਰਾ ਜੀ ਜਦੋਂ ਸਟੂਡੈਂਟ ਪੋਲਿਟਿਕਸ ਤੋਂ ਬਾਅਦ ਇੱਧਰ ਚਲੇ ਗਏ ਤੇ ਉਹ ਯੂਥ ਕਾਂਗਰਸ 'ਚ ਜੁਆਇਨ ਕਰਾਤੀ। ਐਂ ਫਿਰ ਹੌਲੀ ਹੌਲੀ ਤੁਰਦੇ ਇੱਥੇ ਤੱਕ ਪਹੁੰਚ ਗਏ, ਤੇ ਬਾਕੀ ਬਾਬੇ ਨੇ ਕਿਰਪਾ ਕੀਤੀ, ਉਹ MLA ਬਣਾਤਾ ਮੋਗੇ ਦੇ ਲੋਕਾਂ ਨੇ। 2017 'ਚ ਬਣੇ, ਜਾਣੀ ਸਿੱਧੀ ਟਿਕਟ ਮਿਲ ਗਈ। 96 ਤੋਂ ਤੁਸੀਂ 2017 ਤੇ ਲਏ ਨਾ ਟਿਕਟ, ਤਾਂ 2017 'ਚ ਮਿਲੀ ਆ। ਉਹ 21 ਸਾਲ ਕੋਈ ਕਾਂਗਰਸ ਦੇ ਵਿੱਚ ਮਾੜਾ ਮੋਟਾ ਵਰਕਰ ਦੇ ਤੌਰ ਤੇ ਘਾਹ ਖੋਤਣਾ ਵੀ ਪਿਆ ਕਿ ਨਹੀਂ? ਕਿਉਂਕਿ ਜੇ ਕੋਈ ਪਰਿਵਾਰ ਦੇ ਵਿੱਚ ਸਿਆਸਤ ਬੜੀ ਵੈਸੇ ਤਾਂ ਕਿਰਪਾ ਰਹੀ ਹੈ ਉਸ ਸੱਚੇ ਪਾਤਸ਼ਾਹ ਵਾਹਿਗੁਰੂ ਦੀ। ਮੈਨੂੰ ਪਹਿਲਾਂ ਯੂਥ ਕਾਂਗਰਸ 'ਚ ਮੈਂ ਪੰਜਾਬ ਦਾ ਸੈਕਟਰੀ ਰਿਹਾ, ਫਿਰ ਜਨਰਲ ਸੈਕਟਰੀ ਰਿਹਾ ਜੀ, ਫਿਰ ਮੈਂ ਵੱਡੀ ਕਾਂਗਰਸ 'ਚ ਵੀ ਸੈਕਟਰੀ ਰਿਹਾ। ਠੀਕ ਹੈ ਜੀ। ਉਸ ਤੋਂ ਬਾਅਦ ਖੇਤ ਮਜ਼ਦੂਰ ਕਾਂਗਰਸ ਦਾ ਜ਼ਿਲ੍ਹੇ ਦਾ ਪ੍ਰਧਾਨ ਰਿਹਾ। ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ IT ਸੈੱਲ ਦਾ ਜਿਹੜੀ AICC ਦੀ ਸੀਗੀ ਜੀ, ਉਹਨਾਂ ਨੇ ਮੈਨੂੰ ਮੋਗੇ ਜ਼ਿਲ੍ਹੇ ਦਾ ਚੇਅਰਮੈਨ ਲਾਇਆ। ਬਾਅਦ ਵਿੱਚ ਮੈਨੂੰ ਪੂਰੇ ਪੰਜਾਬ ਦਾ ਸਟੇਟ ਦਾ ਚੇਅਰਮੈਨ ਲਾਤਾ। ਉਹ ਜਿਹੜੇ ਬਾਬਿਆਂ ਦੇ ਨਾਲ ਨਹੀਂ ਗੜਬਈ ਹੁੰਦੇ, ਉਵੇਂ ਗੜਬਈ ਬਣੇ, ਹੌਲੀ ਹੌਲੀ ਬਾਬੇ ਬਣ ਗਏ। ਠੀਕ ਹੈ ਜੀ। ਅੱਛਾ ਡਾਕਟਰ ਸਾਹਿਬ, ਮੈਨੂੰ ਇੱਕ ਗੱਲ ਹੋਰ ਦੱਸਿਓ ਇਹ ਤੋਂ ਪਹਿਲਾਂ ਕਿ ਆਪਾਂ ਵਰਤਮਾਨ ਤੇ ਆਈਏ ਨਾ, ਪ੍ਰੈਜ਼ੈਂਟ ਤੇ ਆਈਏ ਜੀ। ਕਈ ਵੱਡੇ ਲੀਡਰ ਹੋਏ ਕਾਂਗਰਸ ਪਾਰਟੀ 'ਚ, ਮੋਗੇ 'ਚ ਜੈਨ ਸਾਹਿਬ ਵੀ ਪਹਿਲਾਂ ਉਧਰਲੇ ਪਾਸੇ ਸੀ, ਡਾਕਟਰ ਥਾਪਰ ਦਾ ਤੁਸੀਂ ਨਾਂ ਲਿਆ ਜੀ। ਜਾਣੀ ਟਿਕਟ ਲੈਣੀ ਬੜੀ ਔਖੀ ਹੁੰਦੀ ਆ ਕਿ ਜਦੋਂ ਵੱਡੇ ਬੰਦੇ ਉੱਥੇ ਹੋਣ, ਜਾਣੀ ਕਿ ਤੁਹਾਡੇ ਕੰਮ ਨੂੰ ਦੇਖ ਕੇ ਟਿਕਟ ਮਿਲੀ, ਜਾਣੀ ਕਿੱਦਾਂ ਤੁਸੀਂ ਉੱਥੇ ਹੱਥ ਕਿੱਦਾਂ ਪਾ ਲਿਆ ਡਾਹਣੇ ਨੂੰ? ਅਸਲ ਦੇ ਵਿੱਚ ਆਏ ਆ ਜੀ, ਦੋ ਗੱਲਾਂ ਹੋ ਗਈਆਂ। ਪਹਿਲੀ ਗੱਲ ਤਾਂ ਇਹ ਹੈ ਵੀ ਮੈਂ 10 ਸਾਲ ਮੋਗੇ 'ਚ ਹੀ ਲਾਏ। ਠੀਕ ਹੈ ਜੀ। 2007-08 ਤੋਂ ਬਾਅਦ 7 'ਚ ਜੈਨ ਸਾਹਿਬ ਨੂੰ ਟਿਕਟ ਮਿਲੀ, ਮੈਂ ਪੂਰੀ ਉਹਨਾਂ ਨਾਲ ਮਦਦ ਕੀਤੀ। ਬਸ ਫਿਰ ਮੈਂ 8 ਤੋਂ ਥੋੜਾ ਜਿਹਾ ਬਖਰੇਵਾਂ ਜਿਹਾ ਹੋ ਗਿਆ, ਤੇ ਉਹ
8 ਕੁ ਤੋਂ ਮੈਂ ਕਿਹਾ ਵੀ ਆਪ ਹੀ ਕਰਦੇ ਆ ਜੀ, ਲੱਗੇ ਰਹੇ 12 ਤੱਕ ਮੈਨੂੰ ਪਤਾ ਸੀ ਸਿਟਿੰਗ MLA ਟਿਕਟ ਕੱਟੀ ਨਹੀਂ ਜਾਣੀ ਜੀ, ਤਾਂ ਪਰ ਮੈਂ ਇਸ ਤਰੀਕੇ ਨਾਲ ਲੱਗਿਆ ਰਿਹਾ ਵੀ ਦੂਜੇ ਨੰਬਰ ਤੇ ਤਾਂ ਹਾਜਮਾ ਚਲੋ ਮੈਂ ਦੂਜੇ ਤੇ ਆ ਗਿਆ ਜੀ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਫਿਰ 5 ਸਾਲ ਫਿਰ ਲੱਗੇ ਰਹੇ ਤੇ ਇਹ ਦੋ ਕਾਰਨ ਹੀ ਬਣ ਗਏ। ਇੱਕ ਤਾਂ ਚਲੋ ਲੱਗਿਆ ਬਹੁਤ ਰਿਹਾ ਜੀ ਤੇ ਉਹ ਲੋਕਾਂ ਨੂੰ ਵੀ ਤਰਸ ਜਿਹਾ ਆ ਗਿਆ ਤੇ ਉਸ ਪਰਮਾਤਮਾ ਨੂੰ ਵੀ ਤਰਸ ਜਿਹਾ ਆ ਗਿਆ ਜੀ। ਦੂਜੀ ਗੱਲ ਇਹ ਹੋ ਗਈ ਕਿ ਉਸ ਵੇਲੇ 17 ਦੇ ਵਿੱਚ ਹਾਲਾਤ ਇਦਾਂ ਦੇ ਸੀ। 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਸੀ ਜੀ। ਕਾਂਗਰਸ ਵਾਲਿਆਂ ਨੂੰ ਲੱਗਦਾ ਸੀ ਵੀ ਜੇ ਹੁਣ ਅਸੀਂ ਨਾ ਆਏ ਤਾਂ ਜਿਹੜਾ ਸੁਖਬੀਰ ਜੀ 25 ਸਾਲ ਕਹਿੰਦੇ ਉਹ ਕਰਨਗੇ ਫਿਰ ਇਹਨਾਂ ਨੇ ਫੂਕ ਕੇ ਪੈਰ ਰੱਖੇ। 2 ਸਰਵੇ ਆਲ ਇੰਡੀਆ ਕਾਂਗਰਸ ਨੇ ਕੀਤੇ, 2 ਸਰਵੇ ਪੰਜਾਬ ਕਾਂਗਰਸ ਨੇ ਕੀਤੇ, 3 ਸਰਵੇ ਪ੍ਰਸ਼ਾਂਤ ਕਿਸ਼ੋਰ ਜੀ ਦੀ ਟੀਮ ਨੇ ਕੀਤੇ, 1 ਸਰਵੇ ਉਸ ਵੇਲੇ ਦੇ ਲੀਡਰ ਆਫ ਓਪੋਜੀਸ਼ਨ ਚੰਨੀ ਜੀ ਨੇ ਕੀਤਾ। ਉਹ 8 ਸਰਵਿਆਂ 'ਚ ਕਿਉਂਕਿ ਮੈਂ 10 ਸਾਲ ਤੋਂ ਲੱਗਿਆ ਪਿਆ ਸੀਗਾ, ਲੋਕਾਂ ਨੇ ਨਾਂ ਨੂੰ ਲੈਤਾ ਮੇਰਾ ਤਾਂ ਉਹ ਸਰਵਿਆਂ ਤੇ ਮੈਨੂੰ ਟਿਕਟ ਮਿਲ ਗਈ। ਜੇ ਉੱਦਾਂ ਮਿਲਣੀ ਹੁੰਦੀ ਤਾਂ ਸ਼ਾਇਦ ਨਾ ਮਿਲਦੀ, ਗੱਲ ਨਾ ਬਣਦੀ। ਹਾਂਜੀ, ਸ਼ਾਇਦ ਸਭ ਤੋਂ ਘੱਟ ਫਰਕ ਵਾਲਾ ਤੁਹਾਡਾ ਹੀ ਹਲਕਾ ਸੀ ਕਿ ਇੱਕ ਅੱਧਾ ਖੋ ਹੋ ਰਹੂਗਾ? 2000 ਤੋਂ ਘੱਟ ਫਰਕ ਸੀ? ਹਾਂਜੀ, ਮੇਰਾ 1764 ਦਾ ਫਰਕ ਸੀ। ਅਸਲ ਦੇ ਵਿੱਚ ਤਾਂ ਉੱਥੇ ਮਾਲਵੇ ਦੇ ਵਿੱਚ ਉਸ ਵੇਲੇ ਲੱਗਦਾ ਹੀ ਇਵੇਂ ਸੀਗਾ ਵੀ ਆਮ ਆਦਮੀ ਪਾਰਟੀ ਦਾ ਬਹੁਤ ਜ਼ਿਆਦਾ ਜ਼ੋਰ ਸੀ 17 'ਚ ਜੀ, 17 ਦੇ ਵਿੱਚ। ਤੇ ਉਹ ਮੇਰੇ ਵਾਲੀ ਸੀਟ ਨੂੰ ਤਾਂ ਉਹ ਗਿਣਦੇ ਹੀ ਨਹੀਂ ਸੀ ਕਾਂਗਰਸ ਵਾਲਿਆਂ ਦੇ ਵਿੱਚ, ਉਧਰ ਹੀ ਝਾੜੂ ਵਾਲੀ ਗਿਣਦੇ ਸੀ। ਪਰ ਚਲੋ ਪਰਮਾਤਮਾ ਨੇ ਤੇ ਲੋਕਾਂ ਨੇ ਸਾਥ ਦਿੱਤਾ। ਡਾਕਟਰ ਸਾਹਿਬ ਸੀਟਾਂ ਤਾਂ ਇਦੋਂ ਬਹੁਤ ਥੱਲੇ, ਕੋਈ ਸੈਂਕੜਿਆਂ ਤੱਕ ਵੀ ਰਹਿ ਗਈਆਂ ਜੀ, ਪਰ ਮੁਕਾਬਲਾ ਤੁਹਾਡੇ ਵਾਲਾ ਵੀ ਸਖਤ ਸੀ। ਹਾਂ, ਵਧੀਆ। ਜੇ ਮੈਂ ਵੈਸੇ ਪੁੱਛਾਂ ਨਾਰਮਲ, ਜਦੋਂ ਨਾ ਜੇ ਕੋਈ ਹਾਕੀ ਦਾ ਜਾਂ ਕ੍ਰਿਕਟ ਦਾ ਮੈਚ ਵੀ ਲੱਗਾ ਹੋਵੇ, ਬਰਾਬਰ ਦੇ ਉੱਤੇ ਗੋਲ ਚੱਲਦੇ ਹੋਣ, ਮਿੰਟ ਡੇਢ ਰਹਿੰਦਾ ਹੋਵੇ, ਸਾਡਾ ਬਾਹਰ ਬੈਠਿਆਂ ਦਾ ਦਿਲ ਜਾਣੀ ਹਾਰਟ ਫੇਲ ਹੋਣ ਨੂੰ ਫਿਰਦਾ ਹੁੰਦਾ। ਉਹ ਜਿਹੜਾ ਨਤੀਜਾ ਜਦੋਂ ਗਿਣਤੀ ਹੁੰਦੀ ਸੀ, ਵੈਸੇ ਸੱਚ ਬੋਲਿਓ ਹੁਣ ਤਾਂ, ਕਿਉਂਕਿ ਨਾ ਆਪਾਂ ਉਸ ਪਾਰਟੀ 'ਚ ਉਹ MLA-ਸ਼ਿਪ ਵੀ ਜਿਹੜੀ ਆ 5 ਸਾਲ ਆਪਾਂ ਕਰ ਲਈ, ਉਦੋਂ ਜਦੋਂ ਵੋਟਾਂ ਗਿਣ ਹੁੰਦੀਆਂ ਸੀ ਕਿੱਦਾਂ ਲੱਗਦਾ ਸੀ? ਬਾਰ ਸਾਹਿਬ, ਤੁਹਾਡਾ ਸਵਾਲ ਬੜਾ ਗੁੰਝਲਦਾਰ ਜਿਹਾ ਹੈ। ਅਸਲ ਦੇ ਵਿੱਚ ਕੀ ਹੋਇਆ, ਮੈਨੂੰ ਇੰਨਾ ਭਰੋਸਾ ਸੀ ਉਸ ਵੇਲੇ, ਜੇ ਕੋਈ ਮੈਨੂੰ ਪੰਡਤ ਵੀ ਕਹਿ ਦਿੰਦਾ ਸੀ ਨਾ ਵੀ ਐਤਕੀ ਟਿਕਟ ਨਹੀਂ ਮਿਲਣੀ, ਮੈਂ ਕਹਿੰਦਾ ਯਾਰ ਤੈਨੂੰ ਪੜ੍ਹਨੀ ਨਹੀਂ ਆਉਂਦੀ ਪੱਤਰੀ, ਟਿਕਟ ਵੀ ਮਿਲੂਗੀ, ਜਿੱਤੂਗਾ ਵੀ। ਹਾਲਾਂਕਿ ਨੈਗੇਟਿਵ ਲੋਕੀ ਤਾਂ ਅਖੇ ਯਾਰ ਇਹ ਕੋਈ ਬੱਸ ਦੀ ਟਿਕਟ ਆ ਜਾਂ ਰੇਲ ਦੀ ਆ ਵੀ ਜਾ ਕੇ ਲੈਣੀ, ਐਵੇਂ ਕਮਲ ਮਾਰੀ ਜਾਂਦਾ। ਪਰ ਪਤਾ ਨਹੀਂ ਕਿਉਂ ਮੈਨੂੰ ਇੱਥੋਂ ਐਂ ਲੱਗਦਾ ਸੀਗਾ ਵੀ ਟਿਕਟ ਵੀ ਮਿਲੂਗੀ ਤੇ ਜਿੱਤੂਗਾ ਵੀ। ਮੈਂ ਤੁਹਾਨੂੰ ਇਹਦੇ ਨਾਲ ਰਿਲੇਟਡ ਜਿਹੜੀ ਤੁਸੀਂ ਧੜਕਣ ਦੀ ਗੱਲ ਕੀਤੀ ਆ, ਮੈਂ ਤੁਹਾਨੂੰ ਘਟਨਾ ਦੱਸਦਾ। ਹੋਇਆ ਕਿ ਮੇਰਾ ਬੇਟਾ ਪੜ੍ਹਦਾ ਸੀ, ਅਜੇ ਸਟੂਡੈਂਟ ਸੀ ਤੇ ਉਹਨੇ ਮੇਰੇ ਨਾਲ ਕੰਮ ਕਰਨ ਵਾਲੇ ਸਾਡੇ ਧਵਨ ਸਾਹਿਬ ਸੀ, ਉਹਨਾਂ ਨੂੰ ਫੋਨ ਕਰਕੇ ਕਹਿਤਾ ਵੀ ਅੰਕਲ ਮੇਰਾ ਨਾਮ ਪਾ ਦਿਓ, ਮੈਂ ਕਾਊਂਟਿੰਗ 'ਚ ਜਾਣਾ। ਮੈਨੂੰ ਧਵਨ ਸਾਹਿਬ ਕਹਿੰਦੇ ਵੀ ਉਹਦਾ ਬੇਟੇ ਦਾ ਨਾਂ ਹਮਰੀਤ ਕਮਲ ਆ। ਕਹਿੰਦੇ ਜੀ ਹਮਰੀਤ ਦਾ ਫੋਨ ਆਇਆ ਸੀ, ਉਹ ਕਹਿੰਦੇ ਵੀ ਐਂ ਕਰਕੇ ਕਾਊਂਟਿੰਗ 'ਚ ਜਾਣਾ। ਮੈਂ ਕਿਹਾ ਜੀ ਬੱਚਾ ਹੈਗਾ। ਧਵਨ ਸਾਹਿਬ ਅੰਦਰ ਬਹੁਤ ਇਤਰਾਜ਼ ਚੜਾ ਆਉਂਦੇ ਆ, ਉਹ ਤੁਹਾਡੇ ਵਾਲੀ ਗੱਲ ਆ ਵੀ ਹਾਰਟ ਫੇਲ ਹੋਣ ਵਾਲਾ ਐਂ ਕਰਦਾ ਹੁੰਦਾ ਹੈ ਨਾ, ECG ਦੀਆਂ ਲੀਕਾਂ ਵਾਂਗੂ। ਤੇ ਮੈਂ ਕਿਹਾ ਵੀ ਉਹਨੂੰ ਰਹਿਣ ਦਿਓ। ਉਹ ਫਿਰ ਮੈਨੂੰ ਕਹਿੰਦੇ ਜੀ ਉਹਦਾ ਫੇਰ ਫੋਨ ਆਇਆ। ਮੈਂ ਕਿਹਾ ਚਲੋ ਐਕਸਪੋਜ਼ਰ ਹੀ ਮਿਲੂਗਾ ਬੱਚੇ ਨੂੰ, ਤੁਸੀਂ ਪਾ ਦਿਓ। ਚਲੋ ਉਹਨਾਂ ਨੇ ਨਾਂ ਪਾ ਦਿੱਤਾ। ਮੈਂ ਅਜੀਤਵਾਲ ਮੇਰੀ ਰਿਹਾਇਸ਼ ਹੈ ਮੋਗੇ ਤੋਂ 12-15 ਕਿਲੋਮੀਟਰ ਤੇ। ਅਸੀਂ ਸਵੇਰੇ ਜਦੋਂ ਪਿੰਡੋਂ ਤੁਰੇ ਕਾਊਂਟਿੰਗ ਵਾਲੇ ਦਿਨ, ਤੇ ਮੇਰੇ ਨਾ ਮਨ ਦੇ ਵਿੱਚ ਆਵੇ ਵੀ ਲੈ ਚੱਲਿਆ ਜਵਾਕ ਨੂੰ, ਤੇ ਅੰਦਰ ਉਹੀ ਗੱਲ ਤੁਹਾਡੀ ਵੀ ਹੋਣਾ ਬੜਾ ਕੁਛ ਹੈ। ਮੈਂ ਅੱਧ ਜੇ 'ਚ ਆ ਕੇ ਤੇ ਬੇਟੇ ਨੂੰ ਮੁਖਾਤਬ ਹੋਇਆ। ਫਿਰ ਮੈਂ ਕਿਹਾ ਹਮਰੀਤ ਤੂੰ ਜਿੱਦ ਕਰਕੇ ਚੱਲਿਆ ਤੇ ਮੈਂ ਨਾ ਨਹੀਂ ਕੀਤੀ, ਪਰ ਅੰਦਰ ਇਤਰਾਜ਼ ਚੜਾ ਬਹੁਤ ਆਉਂਦੇ ਹੁੰਦੇ ਆ। ਤੇ ਮੈਂ ਕਿਹਾ ਇਸ ਗੱਲ ਦਾ, ਜਦੋਂ ਪਹਿਲਾਂ ਪਿੰਡਾਂ ਦੀ ਕਾਊਂਟਿੰਗ ਆਉਣੀ ਆ ਉੱਥੇ ਕਾਂਗਰਸ ਘਟਦੀ ਹੁੰਦੀ ਆ। ਸ਼ਹਿਰ ਦਾ ਆਊਟਰ ਵਾਰਡ ਜਿਹੜੇ ਆ ਉਹ ਸਾਰੇ ਪਿੰਡੂ ਹੀ ਆ, ਕੋਈ ਪਿੰਡ ਸ਼ਹਿਰ 'ਚ ਰਲ ਗਏ, ਕੋਈ ਪਿੰਡਾਂ ਵਾਲੇ ਆ ਕੇ ਵਸੇ ਪਏ। ਉੱਥੋਂ ਵੀ ਮੈਂ ਕਿਹਾ ਨਹੀਂ ਆਪਣੀ ਗੱਲ ਬਣਨੀ। ਜਦੋਂ ਆਪਾਂ ਸ਼ਹਿਰ 'ਚ ਆ ਗਏ ਨਾ, ਜਿੰਨੀ ਮਰਜ਼ੀ ਵੋਟ ਘੱਟ ਕੇ ਆ ਜਾਈਏ ਆਪਾਂ ਜਿੱਤ ਕੇ ਆਵਾਂਗੇ, ਘਬਰਾਉਣਾ ਨਹੀਂ। ਹਾਂ, ਮੈਂ ਕਿਹਾ ਤੂੰ ਡੋਲੀ ਨਾ, ਅੰਦਰੋਂ ਜਿੱਤ ਕੇ ਆਵਾਂਗੇ। ਕਹਿੰਦਾ ਠੀਕ ਆ ਪਾਪਾ। ਉਹ ਫਿਰ ਕੀ ਹੋਇਆ, ਜਦੋਂ ਤਕਰੀਬਨ 7,500 ਵੋਟ ਘੱਟ ਗਈ। ਅੱਛਾ, 7,500 ਦਾ ਫਰਕ ਪੈ ਗਿਆ। ਹਾਂਜੀ। ਤੇ ਉਹ ਜਿਹੜੇ ਦੂਜੇ ਓਪੋਜ਼ਿਟ ਸੀਗੇ ਝਾੜੂ ਵਾਲੇ, ਉਹਨਾਂ ਨੇ ਤਾਂ ਬਾਹਰ ਜੀਪ ਜੂਪ ਤਿਆਰ ਕਰ ਲਈ, ਫੁੱਲ ਫਲ ਲਾ ਲਏ, ਕਰ ਲਏ। ਐਕਚੁਅਲੀ ਹੁੰਦਾ ਵੀ ਆ 7,500 ਵੋਟ ਬਹੁਤ ਜ਼ਿਆਦਾ ਹੁੰਦੀ। ਤੇ ਮੇਰੇ ਬੇਟੇ ਨੂੰ ਇੱਕ ਉੱਥੇ ਸਾਡੇ ਮੰਡੀ ਚੋਂ ਸੋਢੀ ਆ ਮੁੰਡਾ, ਉਹ ਮੈਨੂੰ ਬਾਅਦ 'ਚ ਦੱਸਦਾ, ਕਹਿੰਦਾ ਮੈਂ ਕਿਹਾ ਹਮਰੀਤ ਹੁਣ ਤਾਂ ਫਰਕ ਬਹੁਤ ਜ਼ਿਆਦਾ, ਹੁਣ ਗੱਲ ਨਹੀਂ ਬਣਨੀ। ਕਹਿੰਦਾ ਉਹ ਮੈਨੂੰ ਕਹਿੰਦਾ ਅੰਕਲ
ਪਾਪਾ ਨੇ ਮੈਨੂੰ ਕਿਹਾ ਸੀਗਾ ਅੰਦਰੋਂ ਜਿੱਤ ਕੇ ਨਿਕਲਾਂਗੇ, ਫਿਕਰ ਨਾ ਕਰ। ਸੋ ਇਹ ਮੈਂ ਕਹਿੰਦਾ ਵੀ ਜਿਵੇਂ ਮੈਨੂੰ ਉਹਦੇ ਤੇ ਭਰੋਸਾ ਸੀ ਜੀ, ਮੇਰੇ ਬੇਟੇ ਨੂੰ ਮੇਰੇ ਤੇ ਉਵੇਂ ਭਰੋਸਾ ਸੀ ਤੇ ਉਹਨੇ ਲਾਜ ਵੀ ਰੱਖ ਲਈ। ਠੀਕ ਹੈ ਜੀ। ਅੱਛਾ ਡਾਕਟਰ ਸਾਹਿਬ 5 ਸਾਲ, ਕਿਉਂਕਿ ਸਾਡਾ ਕੰਮ ਆ ਰਾਜਨੀਤਿਕ ਲੀਡਰਾਂ ਨੂੰ ਥੋੜਾ ਜਿਹਾ ਉਧੇੜਨਾ। ਹਾਂਜੀ। ਤੁਸੀਂ ਕਿਹਾ ਕਿ ਸਰਵੇ ਹੋਏ 7, 8, 9 ਤੇ ਤੁਹਾਨੂੰ ਟਿਕਟ ਮਿਲ ਗਈ, ਲੋਕਾਂ ਨੇ ਤੁਹਾਡਾ ਨਾਂ ਲਿਆ ਕੇ ਭਾਈ ਬੰਦਾ ਵਿਚਰਦਾ ਰਿਹਾ। ਹਾਂਜੀ। ਫਿਰ 5 ਸਾਲ ਮੋਗੇ ਦੇ ਐਮਐਲਏ ਬਣ ਕੇ ਡਾਕਟਰ ਹਰਜੋਤ ਕਮਲ ਹੋਰੀ ਨਹੀਂ ਵਿਚਰੇ ਹੋਣੇ, ਜਿਹੜਾ ਤੁਹਾਡੀ ਪੁਰਾਣੀ ਪਾਰਟੀ ਨੇ ਟਿਕਟ ਕਿਸੇ ਹੋਰ ਨੂੰ ਦੇਤੀ ਕਿ ਗੱਲ ਕੋਈ ਹੋਰ ਬਣੀ, ਕਿਉਂਕਿ ਸੋਨੂੰ ਸੂਦ ਹੋਰਾਂ ਦੀ ਭੈਣ ਨੂੰ ਟਿਕਟ ਮਿਲੀ। ਹਾਂਜੀ। ਯਾਨੀ ਹੋਇਆ ਕਿ ਤੁਸੀਂ ਨਹੀਂ ਵਿਚਰੇ, ਤੁਸੀਂ ਘਰੇ ਬੈਠੇ ਰਹੇ, ਤੁਸੀਂ ਲੋਕਾਂ 'ਚ ਨਹੀਂ ਗਏ ਜਾਂ ਪਾਰਟੀ ਨੇ ਕੁਝ ਹੋਰ ਕਰਤਾ? ਇਹੀ ਸਵਾਲ ਮੈਂ ਉਹਨਾਂ ਨੂੰ ਕੀਤਾ ਸੀ, ਲੀਡਰਾਂ ਨੂੰ। ਜਦੋਂ ਮੈਨੂੰ ਤਾਂ ਕੋਈ ਇੱਕ ਵਾਰੀ ਵੀ ਨਹੀਂ ਉਹਨਾਂ ਨੇ ਕਿਹਾ, ਮੈਨੂੰ ਤਾਂ ਐਂ ਕਹਿੰਦੇ ਰਹੇ ਨਹੀਂ ਲੈ ਦੱਸ ਤੇਰਾ। ਮੈਂ ਜਦੋਂ ਉਹ ਟਿਕਟ ਜਾਂ ਉੱਧਰ ਆ ਕੇ ਸ਼ਾਮਲ ਕਰਾ ਗਏ ਜੀ, ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਤੁਸੀਂ ਇੱਕੋ ਹੀ ਗੱਲ ਦਾ ਜਵਾਬ ਦੇ ਦਿਓ। ਮੈਨੂੰ ਕਹਿੰਦੇ ਜੀ ਤੂੰ ਅਮਰਗੜ੍ਹ ਤੋਂ ਲੜ ਲੈ। ਅੱਛਾ, ਹਲਕਾ ਛੱਡ ਦੇ। ਹਾਂ। ਮੈਂ ਕਿਹਾ ਮੈਂ 22 ਸਾਲ ਕਾਂਗਰਸ ਚਲਾਏ, 15 ਸਾਲ ਮੋਗੇ ਚਲਾਏ ਜੀ, ਉਹਨਾਂ ਨੇ ਤਾਂ 22 ਮਿੰਟ ਵੀ ਨਹੀਂ ਤੇ 15 ਮਿੰਟ ਵੀ ਨਹੀਂ ਜੀ, ਤੇ ਤੁਸੀਂ ਗਲ 'ਚ ਪਰਨਾ ਪਾਇਆ ਤੇ ਨਾਲ ਹੀ ਕਹਿਤਾ ਟਿਕਟ ਇਹਦੀ ਜੀ। ਤੇ ਫੇਰ ਨਾਲੇ ਤੁਸੀਂ ਮੈਨੂੰ ਸੋਨੂੰ ਸੂਦ ਦਿਖਾਈ ਜਾਂਦੇ ਸੀ, ਸੋਨੂੰ ਸੂਦ ਨੇ ਤਾਂ ਸ਼ਾਮਲ ਹੀ ਨਹੀਂ ਹੋਇਆ। ਜਾਂ ਤਾਂ ਤੁਸੀਂ ਉਹਨੂੰ ਲਾਉਂਦੇ ਮੂਹਰੇ ਪ੍ਰਚਾਰ ਕਰਾਉਂਦੇ, ਫਿਰ ਮੈਨੂੰ ਵੀ ਜਸਟੀਫਾਈ, ਜਾਂ ਟਿਕਟ ਹੀ ਸੋਨੂੰ ਸੂਦ ਜੀ ਨੂੰ ਦਿੰਦੇ। ਜੀ। ਮੈਡਮ ਦੇ ਨਾ ਤਾਂ ਹਸਬੈਂਡ ਨੇ ਸਰੋਪਾ ਪਵਾਇਆ, ਨਾ ਉਹਨਾਂ ਦੇ ਬ੍ਰਦਰ ਨੇ ਪਵਾਇਆ। ਉਹ ਤਾਂ ਸੋਨੂੰ ਸੂਦ ਜੀ ਤਾਂ ਕਮਰੇ ਚੋਂ ਹੀ ਨਹੀਂ ਨਿਕਲੇ ਜੀ, ਤੇ ਸਾਡੇ ਵਾਲੇ ਹੀ ਪਤਾ ਨਹੀਂ ਪ੍ਰਧਾਨ ਜੀ ਵੀ, ਮੁੱਖ ਮੰਤਰੀ ਸਾਹਿਬ ਵੀ ਜੀ। ਤੇ ਚਲੋ ਮੈਂ ਫਿਰ ਮੈਨੂੰ ਜਦੋਂ ਇਹਨਾਂ ਨੇ ਕਿਹਾ ਵੀ ਤੂੰ ਅਮਰਗੜ੍ਹ ਲੜ ਲੈ, ਮੈਂ ਇਹਨਾਂ ਨੂੰ ਇੱਕੋ ਹੀ ਗੱਲ ਪੁੱਛੀ ਸੀ ਜੀ, ਤੁਹਾਡੇ ਵਾਲੀ। ਮੈਂ ਕਿਹਾ ਮੇਰੇ ਤੇ ਜੇ ਕੋਈ ਚਿੱਟੇ ਦਾ, ਸ਼ਰਾਬ ਦਾ, ਨਸ਼ੇ ਵੇਚਣ ਦਾ, ਕੋਈ ਜੂਏ ਦਾ, ਕੋਈ ਰੇਤਾ ਦਾ ਜੇ ਕੋਈ ਇਲਜ਼ਾਮ ਆ ਤਾਂ ਮੈਨੂੰ ਦੱਸੋ। ਠੀਕ ਹੈ ਜੀ, ਕੱਢ ਦਿਓ ਟਿਕਟ। ਫਿਰ ਕਰ ਦਿਓ, ਤੁਹਾਡਾ ਬਣਦਾ ਜੀ। ਜੇ ਮੈਂ 5 ਸਾਲ ਆਪਦੇ ਹਲਕੇ 'ਚ ਨਹੀਂ ਵਿਚਰਿਆ, ਤੁਸੀਂ ਤਾਂ ਮੇਰੀ ਟਿਕਟ ਕਰ ਦਿਓ। ਠੀਕ ਹੈ। ਉਹ ਮੈਂ ਤਾਂ ਕਈ ਵਾਰੀ ਮੈਨੂੰ ਐਂ ਲੱਗਦਾ ਹੁੰਦਾ ਸੀ ਵੀ ਲੋਕਾਂ ਨੇ ਕਹਿਣਾ ਯਾਰ ਇਹ ਇੱਥੇ ਹੀ ਫਿਰਦਾ ਰਹਿੰਦਾ। ਸਵੇਰੇ 4 ਵਜੇ ਮੈਂ ਪ੍ਰਭਾਤ ਫੇਰੀ ਤੇ ਵੀ ਹੁੰਦਾ ਸੀ, ਰਾਤ ਨੂੰ 11-12 ਵਜੇ ਤਾਂ ਜਗਰਾਤਿਆਂ ਤੇ ਵੀ ਤੁਰਿਆ ਫਿਰਦਾ ਸੀ। ਠੀਕ, ਕਸਰ ਨਹੀਂ ਛੱਡੀ ਸੀ। ਤੇ ਮੈਂ ਕਿਹਾ ਵੀ ਜੇ ਮੈਂ ਹਲਕੇ 'ਚ ਨਹੀਂ ਵਿਚਰਿਆ ਤਾਂ ਦੱਸ ਦਿਓ ਜੀ। ਜਿਹੜੀਆਂ ਸੜਕਾਂ, ਜਿਹੜੀਆਂ ਗਲੀਆਂ ਮੁੱਦਤਾਂ ਤੋਂ ਬਣੀਆਂ ਹੀ ਨਹੀਂ ਸੀ ਜੀ, ਆਹ ਵਾਰਡ ਦੀ ਇੱਧਰ ਰਹਿ ਗਈਆਂ, ਆਹ ਵਾਰਡ ਦੀ ਉੱਧਰ, ਕਨੈਕਟਿੰਗ ਵਾਲੀ ਨਾ ਉਹ ਵਾਰਡ ਵਾਲਾ ਬਣਾਉਂਦਾ ਸੀ, ਨਾ ਉਹ ਵਾਰਡ ਵਾਲਾ ਬਣਾਉਂਦਾ ਸੀ, ਤੇ ਉਹ ਵੀ ਬਣਾਈਆਂ। ਪਿੰਡਾਂ ਦੇ ਵਿੱਚ ਮੇਰਾ ਖਿਆਲ ਵੀ ਕੋਈ ਗਲੀ ਰਹਿੰਦੀ ਹੋਊਗੀ ਜੀ, 100% ਤਾਂ ਕੋਈ ਨਹੀਂ ਕਰ ਪਾਉਂਦਾ, ਪਰ ਮੈਂ ਦਾਅਵੇ ਨਾਲ ਕਹਿ ਸਕਦਾ ਵੀ 95% ਨਹੀਂ ਤਾਂ 93% ਕੰਮ ਹੋਏ ਆ। ਔਰ ਜਿਹੜੀਆਂ 11-11 ਫੁੱਟੀਆਂ ਪੁਲੀਆਂ ਸੀ, 24-24, 25-25 ਫੁੱਟ, ਜਿਹੜੀਆਂ ਮੇਰੇ ਵੀ ਜੰਮਣ ਤੋਂ ਪਹਿਲਾਂ ਦੌਲਤਪੁਰੇ ਤੇ ਨੀਵੇਂ ਤੇ ਉੱਚੇ ਦੇ ਵਿੱਚ, ਉਹ ਮੈਂ ਪੁੱਛਿਆ ਕਦੋਂ, ਉਹ 65 ਦੀ ਬਣੀ ਵੀ। ਕੀ ਬਾਤ ਆ। ਤੇ ਹੁਣ ਉਹ 28 ਫੁੱਟ ਕੀਤੀ, ਉਦੋਂ ਦੀ 11 ਫੁੱਟ ਹੀ ਚੱਲੇ ਨੇ। ਬਹੁਤ ਸਾਰੀਆਂ ਪੁਲੀਆਂ ਉਹ ਕੰਬਾਈਨ ਲੰਘਾਉਣੀ ਹੁੰਦੀ ਸੀਗੀ, ਕਿਨਾਰੇ ਜੇ ਭੰਨ ਦੇਣੇ ਤੇ ਮੁੜ ਕੇ ਘੋਨਾ ਪੁਲ ਕਹਿ ਕੇ ਮੋਟਰਸਾਈਕਲ ਡਿੱਗੀ ਜਾਣੇ। ਮਤਲਬ ਆਪਣੇ ਵੱਲੋਂ ਬੈਸਟ ਕੀਤਾ। ਫਿਰ 6.5 ਕਰੋੜ ਦੀ ਲਾਗਤ ਨਾਲ ਸੈਂਟਰ ਗੌਰਮੈਂਟ ਤੋਂ ਪੰਜਾਬ 'ਚ 2 ਹੀ ਆਏ ਸੀ, ਇੱਕ ਡੇਰਾ ਬਸੀ ਤੇ ਇੱਕ ਮੋਗੇ 'ਚ। ਠੀਕ ਹੈ। ਆਯੂਸ਼ ਦਾ ਹਸਪੀਟਲ 4 ਮੰਜ਼ਿਲਾਂ ਦਾ 50 ਬੈੱਡ ਦਾ ਬਣ ਕੇ ਤਿਆਰ ਹੋਇਆ। ਮੈਂ ਡਾਕਟਰ ਸਾਹਿਬ ਰੋਕਣ ਲੱਗਿਆ, ਮੈਂ ਇੱਥੇ ਹੀ ਆਉਣਾ ਹਸਪੀਟਲ ਤੇ। ਮੈਂ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਦੇ ਹਾਂ ਕਿ ਸਾਡੀ ਗੱਲਬਾਤ ਹੋ ਰਹੀ ਹੈ ਮੋਗਾ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਡਾਕਟਰ ਹਰਜੋਤ ਕਮਲ ਹੋਰਾਂ ਦੇ ਨਾਲ। ਸੋਨੂੰ ਸੂਦ ਹੋਰੀ ਵੱਡੀ ਸ਼ਖਸੀਅਤ ਨੇ, ਉਹਨਾਂ ਦੀ ਭੈਣ ਮਾਲਵਿਕਾ ਸੂਦ ਹੋਰਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਸੀ, ਉਸ ਵੇਲੇ ਦੇ ਸਿਟਿੰਗ ਐਮਐਲਏ ਡਾਕਟਰ ਹਰਜੋਤ ਕਮਲ ਹੋਰਾਂ ਦੀ ਟਿਕਟ ਕੱਟ ਕੇ। ਤੇ ਅੱਜ ਉਹਨਾਂ ਨੇ ਕਿਹਾ ਜੀ ਕਿ ਕਾਂਗਰਸ ਪਾਰਟੀ ਵਾਲਿਆਂ ਨੂੰ ਮੈਂ ਕਿਹਾ ਸੀ ਕਿ ਮੈਨੂੰ ਕਸੂਰ ਦੱਸੋ, ਮੈਂ ਕੰਮ ਨਹੀਂ ਕੀਤਾ ਤਾਂ ਦੱਸੋ, ਮੈਂ ਹਲਕੇ 'ਚ ਨਹੀਂ ਵਿਚਰਿਆ ਤਾਂ ਦੱਸੋ, ਜੇ ਕੋਈ ਚਿੱਟਾ ਬਕਾਇਆ, ਕੋਈ ਜੂਆ ਖੜਾਇਆ ਜਾਂ ਕੋਈ ਵੀ ਰੇਤਾ ਦੀ ਖੱਡ ਦੇ ਵਿੱਚੋਂ ਕੋਈ ਕਮਾਈ ਕਮੂਈ ਕੀਤੀ ਆ ਮੈਨੂੰ ਤਾਂ ਦੱਸੋ, ਮੈਂ ਜੇ ਗਲਤੀ ਕੋਈ ਨਹੀਂ ਤੇ ਟਿਕਟ ਨਾ ਕੱਟੋ। ਇਹ ਦਾਅਵਾ ਡਾਕਟਰ ਹਰਜੋਤ ਕਮਲ ਹੋਰਾਂ ਦਾ ਪੁਲੀਆਂ ਬਣਾਉਣ ਦਾ, ਸੜਕਾਂ ਬਣਾਉਣ ਦਾ, ਗਲੀਆਂ ਬਣਾਉਣ ਦਾ ਦਾਅਵਾ ਕੀਤਾ। ਤੇ ਮੋਗੇ ਵਾਲਿਓ ਤੁਸੀਂ ਕਿਉਂਕਿ ਸੁਣਦੇ ਹੋ, ਵੇਖਦੇ ਹੋ, ਤੁਹਾਡੀਆਂ ਬਹੁਤ ਸਾਰੀਆਂ ਟਿੱਪਣੀਆਂ ਆਉਂਦੀਆਂ ਹੁੰਦੀਆਂ, ਤੁਸੀਂ ਵੀ ਦੱਸ ਦਿਓ ਕਿ ਡਾਕਟਰ ਸਾਹਿਬ ਵਿਚਰਦੇ ਰਹੇ ਨੇ ਕਿ ਨਹੀਂ ਵਿਚਰਦੇ ਰਹੇ। ਡਾਕਟਰ ਸਾਹਿਬ ਸਰਕਾਰ ਤਾਂ ਉੱਪਰ ਭਾਰਤੀ ਜਨਤਾ ਪਾਰਟੀ ਦੀ ਸੀ ਤੇ ਡਾਕਟਰ ਹਰਜੋਤ ਕਮਲ ਹੋਰੀ ਦਿੱਲੀ ਗਏ ਸੀ ਹਸਪੀਟਲ ਦਾ ਕਹਿਣ ਕਿ ਆਯੂਸ਼ ਵਾਲਾ ਮੇਰੇ ਇੱਥੇ ਬਣਾ ਦਿਓ, ਕਿ ਕਿਤੇ ਇਦਾਂ ਤਾਂ ਨਹੀਂ ਅਗਲਿਆਂ ਨੇ ਬਣਾਉਣਾ ਹੀ ਸੀ ਤਾਂ ਤੁਸੀਂ ਆਪਣੇ ਨਾਂ ਗਣਾਈ ਜਾਂਦੇ ਹੋ। ਨਹੀਂ, ਪੰਜਾਬ ਦੇ ਵਿੱਚ 2 ਹਸਪੀਟਲ ਆਏ ਸੀ, ਤੁਸੀਂ ਅੱਧੇ ਠੀਕ ਹੋ ਆਪਦੀ ਜਗ੍ਹਾ। ਮੈਂ ਦਿੱਲੀ ਸਾਡੇ ਇੱਕ ਪਲੇਟੀ ਸ਼ਿਫਟ ਕਰਨੀ ਸੀ, ਉਹਦੇ ਕਰਕੇ ਪਿਊਸ਼ ਗੋਇਲ ਜੀ ਮਿਨਿਸਟਰ ਸੀ, ਉਹਨਾਂ ਨੂੰ ਮਿਲਿਆ 2 ਵਾਰੀ ਜੀ। ਉਹ
ਹੋਰ ਵੀ ਮੈਂ ਜਿੰਨਾ ਕੁ ਕਰਦਾ ਰਿਹਾ ਜੀ, ਪਰ ਇਹ ਹਸਪੀਟਲ ਵਾਸਤੇ ਮੈਨੂੰ ਜਾਣਾ ਨਹੀਂ ਪਿਆ। ਇਹ ਸੈਂਟਰ ਗਵਰਨਮੈਂਟ ਨੇ ਪੰਜਾਬ ਨੂੰ 2 ਹਸਪੀਟਲ ਦਿੱਤੇ ਸੀ ਜੀ। ਮੇਰੀ ਜਦੋਜਹਿਦ ਇੰਨੀ ਹੋਈ ਕਿ ਪੰਜਾਬ ਦੇ ਵਿੱਚ ਮੇਰੇ ਤੋਂ ਬਹੁਤ ਵੱਡੇ ਵੱਡੇ ਸੀਨੀਅਰ ਕੱਦਬਾਰ ਬੰਦੇ ਬੈਠੇ ਸੀ, ਪਰ ਮੈਂ ਮਿਹਨਤ ਮੁਹਨਤ ਕਰਕੇ ਮੋਗੇ ਲੈ ਗਿਆ, ਜਗਾੜ ਲਾ ਲਿਆ। ਹਾਂਜੀ, ਮੈਂ ਇੱਕੋ ਹੀ ਗੱਲ ਕਹੀ, ਮੈਂ ਕਿਹਾ ਜੀ ਮੈਂ ਡਾਕਟਰ ਹਾਂ ਜੀ, ਮੈਂ BMS ਆਯੁਰਵੈਦਿਕ ਦਾ ਡਾਕਟਰ ਹਾਂ। ਆਯੂਸ਼ ਜਿਹੜਾ ਡਿਪਾਰਟਮੈਂਟ ਹੈ ਭਾਰਤ ਸਰਕਾਰ ਦਾ, ਉਹਦੇ 'ਚ ਐਲੋਪੈਥੀ ਤੋਂ ਬਿਨਾਂ ਸਾਰੀਆਂ ਆਯੁਰਵੈਦਿਕ, ਯੋਗਾ, ਸਿੱਧਾ, ਯੂਨਾਨੀ, ਉਹ ਸਾਰੀਆਂ ਹੋਮੋਪੈਥੀ। ਤੇ ਮੈਨੂੰ ਇਸ ਕਰਕੇ CM ਸਾਹਿਬ ਨੇ ਵੀ ਔਰ ਉਸ ਵੇਲੇ ਦੇ ਮੰਤਰੀ ਬ੍ਰਹਮਿੰਦਰਾ ਜੀ ਨੇ ਵੀ ਦੇਤਾ ਜੀ, ਬਣ ਗਿਆ। ਉੱਥੇ ਟਰਾਮਾ ਸੈਂਟਰ ਵੀ ਪਾਸ ਹੋਇਆ ਪਿਆ, 1.5 ਕਿੱਲਾ ਜਗ੍ਹਾ ਅਸੀਂ ਰੱਖੀ ਵੀ ਹੈ, ਉਹ ਵੀ ਮੈਂ ਸਰਕਾਰ ਤੋਂ ਬੜੀ ਜਦੋਜਹਿਦ ਨਾਲ 1 ਰੁਪਈਏ ਤੇ 1.5 ਕਿੱਲਾ ਜਗ੍ਹਾ ਲੈ ਲਈ ਸੀ। ਠੀਕ ਹੈ ਜੀ। ਸੋ ਦੂਜਾ ਸਿਵਲ ਹਸਪੀਟਲ ਦੇ ਵਿੱਚ ਪਿਛਲੀ ਸਰਕਾਰ ਨੇ, ਮੇਰੇ ਤੋਂ ਪਹਿਲਾਂ ਵਾਲੀ ਨੇ ਕੋਸ਼ਿਸ਼ ਕੀਤੀ ਸੀ, ਨੇੜੇ ਆ ਕੇ ਕਈ ਵਾਰੀ ਕੰਮ ਰਹਿ ਜਾਂਦੇ, ਆਪਦੇ ਵੱਲੋਂ ਬਾਦਲ ਸਾਹਿਬ ਨੇ ਨੀਂਹ ਪੱਥਰ ਵੀ ਸਾਰਾ ਕੁਝ ਕਰਤਾ ਸੀ, ਉਹ ਨਹੀਂ ਸਿਰੇ ਚੜਿਆ। ਮੈਂ ਮੁੜ ਕੇ ਉਹ ਸਿਫਤ ਜਿਹੜੇ ਬੰਦੇ ਨੇ ਕੰਮ ਕੀਤਾ, ਮੈਂ ਤਾਂ ਜਥੇਦਾਰ ਤੋਤਾ ਸਿੰਘ ਨੂੰ ਵੀ ਤੋਤਾ ਸਿੰਘ ਜੀ ਕਹਿ ਕੇ ਬੁਲਾਉਣਾ। ਠੀਕ ਹੈ ਜੀ। ਮੇਰੇ ਇੱਕੋ ਹੀ ਗੱਲ ਹੈਗੀ ਹੈ ਕਿ ਭਾਵੇਂ ਕੋਈ ਕੁਛ ਕਹੀ ਚਲੇ ਜੀ, ਪਰ ਮੈਂ ਪਿੱਠ ਪਿੱਛੇ ਵੀ ਕਿਸੇ ਨੂੰ ਅੱਜ ਤਾਈਂ ਨਿੰਦਿਆ ਨਹੀਂ, ਮੈਂ ਜੀ ਕਹਿ ਕੇ ਹੀ ਬੁਲਾਉਣਾ। ਸੋ ਕੰਮ ਕੀਤੇ ਹੁਣ ਉਹਨੂੰ ਕਹਿਣਾ ਚਾਹੀਦਾ, ਕੋਈ ਗੱਲ ਨਹੀਂ। ਉਹਨਾਂ ਨੇ ਹੋਰ ਬਥੇਰੇ ਕੀਤੇ, ਇਹ ਸਿਰੇ ਨਹੀਂ ਸੀ ਚੜਿਆ। ਸੋ ਮੇਰੀ ਸਰਕਾਰ ਆਈ, ਮੈਂ ਤਕਰੀਬਨ 4.5 ਕਰੋੜ ਰੁਪਏ ਨਾਲ ਉੱਥੇ ਜੱਚਾ ਬੱਚਾ ਪੂਰਾ ਵਿੰਗ, ਵਾਰਡ ਨਹੀਂ ਪੂਰਾ ਇੱਕ ਹਸਪੀਟਲ ਦਾ ਵਿੰਗ ਬਣਾਇਆ, ਔਰ ਸਾਰੇ ਹਸਪੀਟਲ ਦੀ ਰੈਨੋਵੇਸ਼ਨ 2.5 ਕਰੋੜ ਹੋਰ ਲਾ ਕੇ ਕੀਤੀ। ਉੱਥੇ ਆਕਸੀਜਨ ਦੀ ਘਾਟ ਆ ਗਈ ਸੀ, ਸਿਲੰਡਰ ਨਹੀਂ ਸੀ ਮਿਲਦੇ। ਮੈਨੂੰ ਪਤਾ, ਇੱਕ ਦਿਨ ਰਾਤ ਨੂੰ ਡਾਕਟਰ ਸਾਹਿਬ ਮੇਰੇ ਕੋਲੇ ਇੱਕ ਬੈਠੇ ਸੀ, ਉਹ ਪਸੀਨਾ ਆਈ ਜਾਂਦਾ ਸੀਗਾ ਕਿਉਂਕਿ ਆਕਸੀਜਨ ਉਹਨਾਂ ਕੋਲੇ ਪੌਣੇ ਘੰਟੇ ਦੀ ਰਹਿ ਗਈ ਸੀ ਤੇ 11 ਮਰੀਜ਼ ਪਏ ਸੀ ਕੋਵਿਡ ਵਾਲੇ ਸਮੇਂ 'ਚ। ਕੋਵਿਡ ਵਾਲੇ ਸਮੇਂ, ਠੀਕ ਹੈ ਜੀ। ਸੋ ਅਸੀਂ ਸਿਵਲ ਹਸਪੀਟਲ ਦੇ ਵਿੱਚ ਮੈਂ ਆਕਸੀਜਨ ਜਨਰੇਟਰ ਲਾਏ 2। ਠੀਕ ਹੈ ਜੀ। ਮਤਲਬ ਲਿਆਉਣ ਦੀ ਲੋੜ ਨਹੀਂ, ਬੈੱਡ ਦੇ ਉੱਤੇ ਤਾਂ ਆਕਸੀਜਨ ਦੀਆਂ ਪਾਈਪਾਂ ਲਾਈਆਂ ਹੀ ਲਾਈਆਂ, ਆਕਸੀਜਨ ਵੀ ਉੱਥੇ ਹੀ ਬਣੂਗੀ ਤੇ ਨਾਲ ਹੀ ਜਨਰੇਟ ਹੋਊਗੀ। ਕੋਵਿਡ ਦੇ ਸਮੇਂ 'ਚ, ਕੋਵਿਡ ਸਮੇਂ ਮੈਂ ਸਿਵਲ ਹਸਪੀਟਲ ਨੂੰ 4 ਵੈਂਟੀਲੇਟਰ ਲੈ ਕੇ ਦਿੱਤੇ ਆਪਣੇ MP ਸਾਹਿਬ ਨਾਲ ਲੜ ਲੁੜ ਕੇ। ਠੀਕ ਹੈ। ਸੋ ਚਲੋ ਮੇਰਾ ਇਹ ਦੇਖੋ, ਮੈਂ ਇੱਕ ਗੱਲ ਸਮਝਦਾ, ਮੈਂ ਕੋਈ ਇਹ ਨਹੀਂ ਕਿ ਮੈਂ ਕੋਈ ਵਿਲੱਖਣ ਕਰਤਾ ਜੀ। ਹਰ MLA ਦਾ ਇੱਕ ਫਰਜ਼ ਬਣਦਾ ਹੁੰਦਾ, ਜਿਹੜੀ ਉਹ ਰੇਸ ਹੁੰਦੀ ਨਾ ਜੀ, ਰੇਲੇ ਰੇਸ, ਜਿਹਦੇ 'ਚ ਉਹ ਡੰਡਾ ਭੱਜ ਕੇ ਅਗਲੇ ਨੂੰ ਫੜਾ ਦਿੰਦੇ ਜੀ, ਤੇ ਫਿਰ ਅਗਲਾ ਭੱਜ ਕੇ ਅਗਲੇ ਨੂੰ ਫੜਾਉਂਦਾ। ਮੇਰੇ ਸੀਨੀਅਰਸ ਨੇ ਉਹ ਡੰਡਾ ਮੇਰੇ ਹੱਥ 'ਚ ਫੜਾਤਾ ਸੀ। ਜਿੰਨਾ ਮੇਰੇ ਤੋਂ ਪੋਸੀਬਲ ਹੋਇਆ ਮੈਂ ਕੰਮ ਕੀਤੇ ਆ। ਠੀਕ ਹੈ ਜੀ। ਔਰ ਮੈਂ ਮੋਗੇ ਵਾਲਿਆਂ ਦਾ ਬੜਾ ਥੈਂਕਫੁਲ ਹੈ, ਬੜਾ ਪਿਆਰ ਦਿੱਤਾ ਜੀ। ਠੀਕ ਹੈ। ਮੈਂ ਤੁਹਾਨੂੰ ਦੱਸਿਆ, ਜਦੋਂ ਮੈਂ ਜਿੱਤਿਆ ਸੀ, ਮੈਂ ਕੋਈ 53,000 ਵੋਟਾਂ ਨਾਲ ਜਿੱਤਿਆ। 100% ਤਾਂ ਮੈਨੂੰ ਵੋਟ ਪਈ ਨਹੀਂ 2 ਲੱਖ ਚੋਂ। ਮੇਰੇ ਵਿਰੋਧੀ ਵੀ ਹੋਣਗੇ, ਅੱਜ ਵੀ ਉਹ ਥੱਲੇ ਬਹੁਤ ਹੋ ਸਕਦਾ ਨੈਗੇਟਿਵ ਵੀ ਕਮੈਂਟ ਲਿਖਣ, ਪਰ ਮੈਂ ਇੱਕ ਗੱਲ ਤੁਹਾਡੇ ਚੈਨਲ ਤੋਂ ਮੋਗੇ ਵਾਲਿਆਂ ਨੂੰ ਕਹਿੰਦਾ ਵੀ ਇੱਥੇ ਦਿਲ ਤੇ ਹੱਥ ਰੱਖ ਕੇ ਦੱਸ ਦਿਓ ਤੇ ਹਰਜੋਤ ਕਮਲ ਨੇ ਕਿਸੇ ਤੇ ਪਰਚਾ ਤੇ ਨਹੀਂ ਕਰਾਇਆ, ਹਰਜੋਤ ਕਮਲ ਨੇ ਕਿਸੇ ਨੂੰ ਨਜਾਇਜ਼ ਕੋਈ ਗਾਲ ਤੇ ਨਹੀਂ ਕੱਢੀ, ਹਰਜੋਤ ਕਮਲ ਤੁਹਾਡੇ ਦੁੱਖ ਦੇ ਸੁੱਖ ਦੇ ਅੱਧੀ ਰਾਤ ਤਾਈਂ ਵਿਚਰਦਾ ਰਿਹਾ ਕਿ ਨਹੀਂ? ਸੱਚੀਓ ਪਰਚਾ ਨਹੀਂ ਕਰਾਇਆ ਕਿਸੇ? ਮੈਂ ਕਹਿੰਦਾ, ਮੈਂ ਚੈਨਲ ਤੇ ਕਹਿ ਰਿਹਾ ਜੀ, ਮੈਂ ਕਿਤੇ ਕੋਈ ਹੋਊਗਾ ਕਰਾਇਆ ਤਾਂ ਤੁਹਾਨੂੰ ਕਮੈਂਟ ਆ ਜਾਣਾ। ਠੀਕ ਹੈ ਜੀ। ਤੇ ਮੇਰੇ ਦਫ਼ਤਰ ਦੇ ਵਿੱਚ ਵੀ ਮੇਰੇ ਆਪਦੇ ਛੋਟੇ ਭਰਾ, ਉਹਨੂੰ ਵੀ ਇੱਕੋ ਹੀ ਹਦਾਇਤ ਸੀ, ਨਾ ਚਿੱਟੇ ਵਾਲੇ ਮਗਰ, ਨਾ ਸ਼ਰਾਬ ਵਾਲੇ ਮਗਰ, ਨਾ ਜੂਏ ਵਾਲੇ ਮਗਰ, ਕਿਸੇ ਮਗਰ ਫੋਨ ਵੀ ਨਹੀਂ ਕਰਨਾ। ਮੈਂ ਕਹਿੰਦਾ ਤੁਸੀਂ ਬੰਦਿਆਂ ਨੂੰ ਛੱਡੋ। ਇੱਥੇ ਤਾਂ ਐ ਹੁੰਦਾ ਨਾ, ਬਾਟ ਸਾਹਿਬ ਮੇਰੀ ਤੁਹਾਡੀ ਲੜਾਈ ਆ, ਮੈਂ ਜੇ ਬਾਟ ਸਾਹਿਬ ਨੂੰ ਕਹਿਤਾ ਤੁਸੀਂ ਸਹੀ ਆ ਤੇ ਮੈਂ ਨਾਰਾਜ਼ ਹੋ ਜਾਣਾ ਵੀ ਲੈ ਇਹ ਤਾਂ ਉਹਨੂੰ ਇਦਾਂ ਦਾ ਹੋ ਸਕਦਾ, ਮੈਂ ਰਾਜੀਨਾਮੇ ਕਰਾਉਂਦੇ ਇੱਕ ਨੂੰ ਸਹੀ ਕਹਿਣਾ ਹੀ ਪੈਣਾ ਤੇ ਦੂਜੇ ਨੂੰ ਗਲਤ ਕਹਿਣਾ ਹੀ ਪੈਣਾ। ਉਹ ਬੰਦਾ ਨਾਰਾਜ਼ ਹੋ ਜਾਵੇ, ਮੈਂ ਉਹਦੇ ਤੇ ਕੁਛ ਨਹੀਂ ਕਰ ਸਕਦਾ। ਪਰ ਮੈਂ ਆਪਣੇ ਤੌਰ ਤੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਵੀ ਬੈਸਟ ਆਫ ਮਾਈ ਨੌਲੇਜ ਜੀ, ਮੈਂ ਨਾ ਤਾਂ ਪਰਚਾ ਕਰਾਇਆ ਤੇ ਨਾ ਮੈਂ ਕਿਸੇ 'ਚ ਗਲਤ ਬੰਦੇ ਨੂੰ ਸਹੀ ਕਰਕੇ ਤੇ ਉਹਨੂੰ ਕੀਤਾ। ਹਾਂ, ਇਹ ਗੱਲ ਜ਼ਰੂਰ ਹੋ ਜਾਂਦੀ ਹੈ, ਜਿਹੜਾ ਤੁਹਾਡੇ ਨਾਲ 24 ਘੰਟੇ ਵਿਚਰਦਾ, ਕਈ ਵਾਰੀ ਤੁਹਾਡਾ ਨਾਂ ਹੀ ਵੱਧ ਵਰਤ ਜਾਂਦਾ, ਕਈ ਵਾਰੀ ਉਹਨੂੰ ਨਾਂ ਲੈਣ ਦੀ ਲੋੜ ਹੀ ਨਹੀਂ ਪੈਂਦੀ, ਉਹਨੂੰ ਉਹੀ ਅਗਲਾ ਕਹਿੰਦਾ ਵੀ ਉਹ MLA ਦੇ ਨਾਲ ਫਿਰਦਾ, ਉਹਨਾਂ ਦਾ ਬੰਦਾ। ਡਾਕਟਰ ਸਾਹਿਬ, ਹੁਣ ਤੁਸੀਂ ਕਹਿੰਦੇ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ। ਮੌਜੂਦਾ ਸਮੇਂ ਦੇ ਵਿੱਚ ਇੱਕ ਕੈਬਨਿਟ ਮਿਨਿਸਟਰ ਨੇ, ਉਹਨਾਂ ਦੇ ਕੋਲੇ ਪੂਰਾ ਖਜ਼ਾਨਾ, ਨਾ ਉਹਨਾਂ ਦਾ ਹਰਪਾਲ ਸਿੰਘ ਚੀਮਾ ਜੀ ਵਿਰੋਧੀ ਧਿਰ ਦੇ ਨੇਤਾ ਰਹੇ ਨੇ। ਹਾਂਜੀ। ਉਸ ਵੇਲੇ ਜਦੋਂ ਤੁਹਾਡੀ ਸਰਕਾਰ ਹੁੰਦੀ ਸੀ ਜੀ, ਉਹ ਤਾਂ ਸ਼ਰੇਆਮ ਇੱਕ ਵਾਰੀ ਕਹਿ ਕੇ ਗਏ ਸੀ ਕਿ ਭਾਈ ਪਤਾ ਨਹੀਂ ਸੜਕ ਨਿਕਲਣੀ ਆ, ਉਹਦੇ ਆਲੇ ਦੁਆਲਿਓਂ ਤਾਂ ਡਾਕਟਰ ਹਰਜੋਤ ਕਮਲ ਹੋਰੀ MLA ਸਾਹਿਬ ਨੇ ਨੋਟ ਹੀ ਬੜਾ ਕਮਾਇਆ, 350 ਕਰੋੜ, ਫਿਰ ਦੂਜੀ ਵਾਰੀ 360 ਕਰੋੜ। ਹਾਂਜੀ। ਹੁਣ ਇੰਨੇ ਰੁਪਈਏ ਆ ਜੇ ਵਿੱਚੋਂ, ਜਾਣੀ ਕਿ
ਕਿੰਨੇ ਕੁ ਕਮਾਏ ਉਹਦੇ ਵਿੱਚ? ਹਿੱਸਾ ਤੇ ਨਹੀਂ ਭਾਲਦੇ, ਦੱਸ ਨਹੀਂ ਮੈਂ ਹਿੱਸਾ ਨਹੀਂ ਭਾਲਦਾ, ਸੱਚੀ ਦੱਸ ਦਿੰਦਾ, ਮੰਗ ਨਾ ਲਿਓ ਹੈ। ਐਕਚੁਅਲੀ ਨਾ ਚੀਮਾ ਸਾਹਿਬ ਹੀ ਵਾਸ ਲੀਡਰ ਆਫ ਆਪੋਜੀਸ਼ਨ, ਤੇ ਆਪੋਜੀਸ਼ਨ ਲੀਡਰ ਦਾ ਕੰਮ ਹੀ ਹੁੰਦਾ ਉਹਨੇ ਵਿਰੋਧ ਕਰਨਾ ਸਰਕਾਰ ਵਾਲੇ ਐਮਐਲਏ ਦੇ, ਸਰਕਾਰ ਦੇ ਵਿਰੋਧ। ਉਹਨਾਂ ਨੂੰ ਅੱਜ ਵੀ ਮੈਂ ਮਤਲਬ ਦੇਖੋ ਹਾਲੇ ਮੇਰਾ ਮੈਂ ਉਹਨਾਂ ਦੇ ਕੇਸ ਕੀਤਾ ਵਿਆ। ਅੱਛਾ, ਕੇਸ ਕੀਤਾ ਫਿਰ? ਪਰ ਆਪਾਂ ਦੁਆਬੇ ਵਾਲੇ ਆ, ਕੇਸ ਹੀ ਲੜਦੇ ਹੁੰਦੇ ਆ ਅਸੀਂ, ਉਹ ਨਹੀਂ ਲੜਦੇ ਸੀ। ਠੀਕ ਹੈ ਜੀ। ਬੇਸਿਕਲੀ ਤੁਹਾਨੂੰ ਪਤਾ ਹੋਣਾ ਸ਼ਾਇਦ ਮੇਰਾ ਪਿੰਡ ਪਿੱਛੋਂ ਟਾਂਡਾ ਔਰਮੜ ਜ਼ਿਲ੍ਹਾ ਹੁਸ਼ਿਆਰਪੁਰ ਚ ਹੈ, ਪਰ ਕਰਮ ਭੂਮੀ ਮੋਗਾ। ਹਾਂਜੀ ਜੀ, ਮੇਰੀ ਕਰਮ ਭੂਮੀ ਮੋਗਾ, ਜਨਮ ਭੂਮੀ ਹੋਈ ਉਹ ਆ। ਮੈਂ ਇੱਥੇ 85 ਤੋਂ ਆ ਗਿਆ ਜੀ। ਅੱਛਾ, ਉਹ ਚੀਮਾ ਸਾਹਿਬ ਨੂੰ ਕਿਸੇ ਬੰਦੇ ਨੇ ਮਿਸਲੀਡ ਕਰਤਾ ਵੀ ਜੀ ਆ ਰਜਿਸਟਰੀ ਐਮਐਲਏ ਨੇ ਕਰਾ ਲਈ ਆ, ਪੈਸੇ ਦਿੱਤੇ ਹੀ ਨਹੀਂ ਜੀ, ਤੇ ਐਂ ਹੀ ਹੋ ਗਿਆ, ਇਵੇਂ ਹੀ ਉਹਨਾਂ ਨੇ ਕਹਿਤਾ ਜੀ ਉਹਨੇ ਰੋਡ ਸੀ ਪੈਸੇ, ਜਦ ਕਿ ਉਸ ਵੇਲੇ ਉਹ ਜਿਹੜਾ ਕੋਰਟ ਨੇ ਤਲਬ ਕੀਤੇ ਬੰਦੇ, ਉਹ ਅਜੇ ਤੱਕ ਤਾਂ ਉਦੋਂ ਅਵਾਰਡ ਵੀ ਨਹੀਂ ਹੋਇਆ ਸੀ, ਮਤਲਬ ਉਹਦਾ ਰੇਟ ਹੀ ਨਹੀਂ ਲੱਗਿਆ ਤੇ ਪੈਸੇ ਕਾਹਦੇ ਮਿਲਣੇ? ਅਜੇ ਤੱਕ ਤਾਂ ਰੇਟ ਨਹੀਂ ਲੱਗਿਆ, ਅਜੇ ਤਾਂ ਅਵਾਰਡ ਹੀ ਨਹੀਂ ਹੋਇਆ ਸੀ ਵੀ ਕਿੱਥੋਂ ਲੰਘਣੀ ਆ ਸੜਕ। ਠੀਕ ਹੈ ਜੀ। ਇਹ ਵੀ ਨਹੀਂ ਹੋਇਆ ਸੀ ਜਦੋਂ ਉਹਨਾਂ ਨੇ ਬਿਆਨ ਦਿੱਤਾ। ਉਦੋਂ ਬਾਅਦ ਮੈਂ ਕੇਸ ਕਰਤਾ, ਜਦੋਂ ਕੇਸ ਦੇ ਵਿੱਚ ਜੱਜ ਸਾਹਿਬ ਨੇ ਉਹਨਾਂ ਨੂੰ ਬੁਲਾਇਆ, ਐਸਡੀਐਮ ਦੇ ਰੀਡਰ ਨੂੰ, ਉਹ ਕਹਿੰਦਾ ਜੀ ਅਜੇ ਤਾਂ ਅਸੀਂ ਇਹ ਨਹੀਂ ਅਵਾਰਡ ਕੀਤਾ ਵੀ ਕਿਹੜੇ ਨੰਬਰਾਂ ਦੇ ਵਿੱਚ ਦੀ ਲੰਘਣੀ। ਤੇ ਹਰਜੋਤ ਕਮਲ ਦੱਸੋ ਪੈਸੇ ਕਿੱਥੋਂ ਲੈ ਗਿਆ? ਚੀਮਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ, ਉਹ ਬੰਦੇ ਨੇ ਮਿਸਲੀਡ ਕਰਤਾ ਇਹਨਾਂ ਨੂੰ ਵੀ ਥੋੜਾ। ਮੈਂ ਕਹਿੰਦਾ ਵੀ ਹੀ ਵਾਸ ਲੀਡਰ ਆਫ ਆਪੋਜੀਸ਼ਨ, ਐਮਐਲਏ ਸੀ, ਔਰ ਇੱਕ ਐਮਐਲਏ ਤੇ ਇਲਜ਼ਾਮ ਲਾਉਣ ਲੱਗੇ। ਇੱਕ ਰਜਿਸਟਰੀ ਚ ਆ ਕੇ ਕਹਿੰਦੇ ਜੀ ਆ 14 ਮਾਰਚ 2020 ਨੂੰ ਹੋਈ ਹੈ, ਉਸੇ ਦਿਨ ਬਿਆਨਾ, ਉਸੇ ਦਿਨ ਰਜਿਸਟਰੀ, ਉਸੇ ਦਿਨ ਇੰਤਕਾਲ। ਟਾਈਮ ਵੀ ਦੱਸਿਆ ਸੀ ਉਹਨਾਂ ਨੇ, ਇੰਨੇ ਵਜੇ ਆ ਤੇ ਇੰਨੇ ਵਜੇ ਆ। ਉਹ ਐਕਚੁਅਲੀ ਕੀ ਹੈਗਾ, ਉਹ ਵੀ ਮਤਲਬ ਇਹਨਾਂ ਨੇ ਪਤਾ ਨਹੀਂ, ਉਹ ਰਜਿਸਟਰੀ ਤੇ ਤਰੀਕ ਹੀ ਦੇਖ ਲੈਂਦੇ ਜੀ। ਉਹ 14 ਮਾਰਚ ਨੂੰ ਉਸ ਦਿਨ ਸੈਟਰਡੇ ਸੀ। ਠੀਕ ਹੈ ਜੀ। ਤੇ ਉਹ ਤਾਂ ਤਹਿਸੀਲਦਾਰ ਦੇ ਵੀ ਬਿਆਨ ਹੋ ਗਏ ਕੋਰਟ ਦੇ ਵਿੱਚ ਵੀ ਸੈਟਰਡੇ ਨੂੰ ਤਾਂ ਸਾਡਾ ਮੈਨੂਅਲ ਤਾਂ ਹੁੰਦੇ ਨਹੀਂ, ਹੁਣ ਤਾਂ ਕੰਪਿਊਟਰ ਤੇ ਹੁੰਦੇ ਆ, ਵੀ ਕੰਪਿਊਟਰ ਹੀ ਨਹੀਂ ਚੱਲਦਾ। ਠੀਕ ਹੈ ਜੀ। ਰਜਿਸਟਰੀ ਕਿਵੇਂ ਹੋ ਗਈ? ਬਿਆਨਾ ਹੋ ਸਕਦਾ, ਰਜਿਸਟਰੀ ਕਿਵੇਂ ਹੋ ਗਈ, ਉਹ ਕਿਵੇਂ ਹੋ ਗਈ? ਨਾਲੇ ਉਸ ਰਜਿਸਟਰੀ 'ਚ ਇਹ ਪੜ੍ਹ ਤਾਂ ਲੈਂਦੇ, ਇਹਨੀ ਡੇਟ ਹੀ ਨਹੀਂ ਪੜ੍ਹੀ, ਨਾ ਤਾਂ ਮੇਰਾ ਤਾਂ ਕੋਈ ਲੈਣ ਦੇਣ ਨਹੀਂ ਹੈ ਨਾ ਉਹਦੇ ਨਾਲ। ਜੇ ਕੋਈ, ਤੁਸੀਂ ਇੱਕ ਗੱਲ ਦੇਖੋ, ਜੇ ਕੋਈ ਬੰਦਾ ਕਰੂਗਾ ਵੀ ਯਾਰ ਐਡਾ ਥੋੜ੍ਹੀ ਕੋਈ ਪਾਗਲ ਹੋਊਗਾ ਵੀ ਆਪ ਹੀ ਕਰੀ ਜਾਊਗਾ, ਹੈ ਨਾ। ਇਹਨਾਂ ਨੂੰ ਉਹ ਸੋਚ ਲੈਣਾ ਚਾਹੀਦਾ। ਫਿਰ ਇਹਨਾਂ ਨੇ ਦੂਜਾ ਕਿਹਾ ਕਿ ਦਰਾ ਕੇ 2 ਵਾਰੀ ਗੱਲ ਕਹੀ ਕਿ ਐਮਐਲਏ ਹਰਜੋਤ ਕਮਲ ਦੇ ਖਾਤੇ 'ਚ ਐਕਸਿਸ ਬੈਂਕ ਅਜੀਤਵਾਲ ਵਿੱਚ ਇੱਕ ਵਾਰੀ 350 ਕਰੋੜ ਕਹਿੰਦੇ, ਇੱਕ ਵਾਰੀ 360 ਕਹਿੰਦੇ। ਜਦੋਂ ਦਾ ਅਜੀਤਵਾਲ ਵਸਿਆ ਜੀ, ਜਦੋਂ ਦਾ ਐਕਸਿਸ ਬੈਂਕ ਬਣਿਆ ਜੀ, ਤੇ ਅੱਜ ਆਪਾਂ ਇੱਥੇ ਬੈਠੇ ਗੱਲ ਕਰ ਰਹੇ, ਅੱਜ ਤੱਕ ਅਜੀਤਵਾਲ 'ਚ ਐਕਸਿਸ ਬੈਂਕ ਦੀ ਬ੍ਰਾਂਚ ਹੀ ਹੈ ਹੀ ਨਹੀਂ, ਅਜੇ ਵੀ ਹੈ ਨਹੀਂ। ਉਹ ਮੈਂ ਚੰਡੀਗੜ੍ਹ ਆਇਆ, ਮੈਨੂੰ ਮੰਤਰੀ ਮੇਰੇ ਐਮਐਲਏ ਨਾਲ ਦੇ ਕਹਿਣ ਬਾਈ ਯਾਰ ਤੂੰ ਬੜਾ ਜੁਗਾੜ ਕੀਤਾ, 360 ਪੱਤਰਕਾਰ ਤੁਹਾਡੇ ਵਰਗੇ ਭਰਾ ਆ ਗਏ ਮੇਰੇ ਕਮਰੇ 'ਚ ਐਮਐਲਏ, ਉਹ ਮੈਨੂੰ ਕਹਿੰਦੇ ਬਾਈ ਉੱਪਰਲੇ ਦੇ ਦੇ। ਮੈਂ ਕਿਹਾ ਭਰਾਵਾ ਤੁਸੀਂ ਥੱਲੇ ਵਾਲੀ ਰੱਖ ਲਓ। ਤੇ ਮੈਂ ਕਿਹਾ ਮੈਨੂੰ ਬੈਂਕ ਦੱਸ ਦਿਓ ਹੈ ਕਿੱਥੇ। ਉਹ ਕਹਿੰਦੇ ਬਾਈ ਐਂ ਕਰ ਵੀ ਤੂੰ ਨਾ ਮੁੰਡੇ ਨੂੰ ਕਹਿ ਦੇ ਵੀ ਲਾਈਵ ਕਰ ਲਵੇ, ਠੀਕ ਹੈ, ਤੇ ਤੂੰ ਐਵੇਂ ਰੇਹੜੀ ਵਾਲੇ ਨੂੰ ਪੁੱਛ ਬਾਈ ਇੱਥੇ ਐਕਸਿਸ ਬੈਂਕ ਦੇਖਿਆ ਮੇਰਾ ਖਾਤਾ, ਮੇਰੇ 360 ਕਰੋੜ ਹੈ। ਕਦੀ ਕਹਿੰਦਾ ਕਿਸੇ ਦੁਕਾਨ ਵਾਲੇ ਨੂੰ ਪੁੱਛ। ਪਰ ਚਲੋ ਆਪਾਂ ਡਰਾਮੇਬਾਜ਼ ਹੈ ਨਹੀਂ ਸੀ। ਸੋ ਮੈਂ ਉਹਦੇ ਵਾਸਤੇ ਕੋਰਟ ਦੇ ਵਿੱਚ ਕੇਸ ਕੀਤਾ ਗਿਆ। ਤੇ ਚੀਮਾ ਸਾਹਿਬ ਨੂੰ ਚਾਹੀਦਾ ਸੀਗਾ, ਜਦੋਂ ਮੈਂ ਨੋਟਿਸ ਹੀ ਭੇਜਿਆ ਸੀ ਇਹਨਾਂ ਨੂੰ ਉਦੋਂ ਹੀ ਚਾਹੀਦਾ ਸੀਗਾ ਵੀ ਤੱਥ ਬਾਅਦ 'ਚ ਹੀ ਵੈਰੀਫਾਈ ਕਰ ਲੈਂਦੇ, ਤੇ ਉਹ ਨੋਟਿਸ ਦੇ ਜਵਾਬ 'ਚ ਹੀ ਕਹਿ ਦਿੰਦੇ ਵੀ ਭਾਈ ਮੈਂ ਵੈਰੀਫਾਈ ਨਹੀਂ ਕੀਤਾ। ਉਹਨੇ ਜਵਾਬ ਨਹੀਂ ਦਿੱਤਾ। ਉਹਨੇ ਜਵਾਬ ਨਹੀਂ ਦਿੱਤਾ। ਫਿਰ ਮੈਨੂੰ ਆਪਦੀ ਇੱਜ਼ਤ ਹੱਤਕ ਲਈ ਕੇਸ ਕਰਨਾ ਪਿਆ। ਉਹ ਚੱਲਦਾ ਪਿਆ। ਠੀਕ ਹੈ ਜੀ। ਚੀਮਾ ਸਾਹਿਬ ਨੂੰ ਪਿਛਲੀ ਤਰੀਕ ਤੇ ਬੁਲਾਇਆ ਸੀ 15 ਨੂੰ, ਉਹ ਗਏ ਨਹੀਂ ਜੀ। ਖੁਦ ਵਕੀਲ ਨੇ ਉਹ, ਉਹਨਾਂ ਨੂੰ ਪਤਾ ਹੋਣਾ ਨਾ। ਹਾਂਜੀ। ਅੱਛਾ ਡਾਕਟਰ ਸਾਹਿਬ ਮੈਨੂੰ ਇੱਕ ਗੱਲ ਦੱਸਿਓ। ਹਾਂਜੀ। ਚਲੋ ਮੰਨ ਲੈਂਦੇ ਕਿ ਉਹ ਜ਼ਮੀਨ ਦਾ ਟੁਕੜਾ, ਕਿਉਂਕਿ ਅਸੀਂ ਇਹ ਮੰਨ ਕੇ ਚੱਲਦੇ ਹੁੰਦੇ ਹਾਂ ਕਿ ਲੀਡਰ ਆਪਣੇ ਨਾਂ ਨਹੀਂ ਕੁਝ ਵੀ ਕਰਾਉਂਦੇ ਹੁੰਦੇ। ਹਾਂਜੀ। ਜਾਨੀ ਉਹ ਘਪਲਾ ਉਹਦਾ। ਮੈਂ ਪਹਿਲਾਂ ਕਿਹਾ, ਮੈਂ ਕਿਹਾ ਵੀ ਐਡਾ ਕਿਹੜਾ ਕਮਲਾ ਹੋਏ, ਕਹੀ ਜਾਂਦੇ ਆ ਰਜਿਸਟਰੀ ਵੀ ਜਿਹੜਾ ਐਮਐਲਏ ਆਪਦੇ ਨਾਂ ਹੀ ਕਰਾ ਲੂਗਾ। ਉਦਾਂ ਘਪਲਾ ਉੱਥੇ ਹੋਇਆ ਸੀ, ਉਹ ਕਿ ਹੋਇਆ ਹੀ ਨਹੀਂ। ਦੇਖੋ ਇਹਦੇ 'ਚ ਨਾ ਤੁਸੀਂ, ਇਹ ਤੁਹਾਡੇ ਤੇ ਆ, ਤੁਸੀਂ ਕਿਵੇਂ ਸੋਚਦੇ। ਠੀਕ ਹੈ। ਕਿਵੇਂ ਸੋਚਦੇ ਤੁਹਾਡੇ ਤੇ ਆ। ਤੁਸੀਂ ਉਹਨੂੰ ਘਪਲਾ ਕਿਵੇਂ ਕਹਿੰਦੇ ਆ ਜੀ। ਉਹ ਲੈਂਡ ਹੈਗੀ ਆ ਜੀ, ਉਹਦੇ ਚੋਂ ਸੜਕ ਨਿਕਲੀ ਹੈ। ਜੇ ਉੱਥੇ ਕਿਸੇ ਤੁਸੀਂ ਉਹਦੇ ਵਿੱਚ ਜ਼ਮੀਨ ਲੈ ਲਈ ਜੀ, ਫਰਜ਼ ਕਰੋ ਲੈ ਲਈ ਹੋਵੇ, ਤਾਂ ਉਹ ਤੁਹਾਡੇ ਵਾਲੀ ਚੋਂ ਨਿਕਲੀ। ਜਿਹਨੇ ਵੇਚੀ ਆ, ਨਾ ਤਾਂ ਕਿਸੇ ਉਹਦਾ ਆਬਜੈਕਸ਼ਨ ਹੈ, ਨਾ ਉਹਦਾ। ਮੈਨੂੰ ਤਾਂ ਪਤਾ ਨਹੀਂ ਹੁਣ, ਜੇ ਤਾਂ ਮੈਂ ਖਰੀਦੀ ਹੋਵੇ ਤਾਂ ਮੈਂ ਤੁਹਾਨੂੰ ਦੱਸਾਂ ਠੀਕ ਹੈ ਵੀ ਘਪਲਾ ਹੋਇਆ ਕਿ ਨਹੀਂ। ਮੈਂ ਤਾਂ ਕਹਿੰਦਾ ਮੈਂ ਤਾਂ ਕੋਰਟ 'ਚ ਚਲ ਗਿਆ, ਉੱਥੇ ਦੱਸ ਦੇਣ ਵੀ ਕੋਈ ਹੋਇਆ ਘਪਲਾ, ਹੈ ਨਾ। ਬਾਕੀ ਜੇ ਹੁਣ ਜਿਹੜੀ ਗੱਲ ਹੁੰਦੀ ਹੈ ਵੀ ਮੈਨੂੰ ਪਤਾ ਲੱਗਿਆ ਵੀ ਉਹ ਵਿਜੀਲੈਂਸ ਨੂੰ ਇਨਕੁਆਇਰੀ ਫਲਾਨਾ ਧਮਕਣਾ, ਉਹਦੇ ਵਿੱਚ ਤਾਂ ਤੁਸੀਂ ਸਰਕਾਰ 'ਚੋਂ
ਜੀ ਮੈਂ ਹੁਣ ਬਾਠ ਸਾਹਿਬ ਮੈਂ ਫੜ ਲੈਣਾ ਕਿਸੇ ਨੂੰ, ਤੁਹਾਡੇ ਵਾਲੇ ਕਿਸੇ ਬੰਦੇ ਨੂੰ ਚੱਕ ਲੈਣਾ, ਚੱਕ ਕੇ ਮੈਂ ਕਹਿੰਦਾ ਵੀ ਨਹੀਂ ਤਾਂ ਤੇਰੇ ਤੇ ਪਰਚਾ ਦੂੰ, ਨਹੀਂ ਤਾਂ ਤੂੰ ਕਹਿ ਦੇ ਵੀ ਬਾਠ ਦਾ ਹੀ ਆ ਇਹ ਸਾਰਾ। ਤੇ ਅਗਲੇ ਨੇ ਤਾਂ ਡਰਦੇ ਨੇ ਮੈਂ ਟਿਕ ਲਾਉਣਾ ਉਹਨੇ ਕਹਿਣਾ ਮੈਨੂੰ ਤਾਂ ਪਤਾ ਹੀ ਨਹੀਂ ਇਹਦਾ। ਬਾਠ ਸਾਹਿਬ ਨੇ ਮੈਨੂੰ ਕਹੇ ਐ ਕਰਨਾ ਤਾਂ 100 ਕਰ ਦੇਣ। ਠੀਕ ਹੈ ਪਰ ਚਲੋ ਇਹ ਗੱਲਬਾਤ ਕੋਈ ਨਹੀਂ, ਮੈਂ ਗੱਲ ਤਾਂ ਮੈਂ ਕਹਿੰਦਾ ਮੈਂ ਕੇਸ ਕਾਹਨੂੰ ਕਰਨਾ ਸੀ ਫਿਰ ਜੇ ਗੱਲ ਹੁੰਦੀ। ਤੁਸੀਂ ਇਹ ਦੇਖੋ ਅਦਾਲਤ ਦੇ ਵਿੱਚ ਮੈਂ ਕੇਸ ਕੀਤਾ ਪਿਆ ਜੀ, ਕੋਰਟ ਦੇ ਵਿੱਚ ਇਹਨਾਂ ਨੂੰ ਸੰਮਣ ਹੋਏ ਵੇ, ਜੇ ਮੇਰੇ 'ਚ ਕੋਈ ਕਾਨੂੰਨ ਹੁੰਦੀ ਤਾਂ ਮੈਂ ਇਹਨਾਂ ਨੂੰ ਜਾ ਕੇ ਬਾਈ ਜੀ ਕਾਹਨੂੰ ਐਂ ਕਰਨਾ ਸੀ ਜੀ। ਠੀਕ ਹੈ ਨਾ, ਫਿਰ ਮੈਂ ਅਦਾਲਤ ਦੇ ਵਿੱਚ ਕੇਸ ਕਾਹਨੂੰ ਕਰਨਾ। ਠੀਕ ਹੈ ਜੀ। ਅੱਛਾ ਡਾਕਟਰ ਸਾਹਿਬ ਮੈਨੂੰ ਇੱਕ ਗੱਲ ਦੱਸਿਓ, ਹਾਂਜੀ ਜਦੋਂ ਤੁਹਾਡੀ ਟਿਕਟ ਕੱਟੀ ਕਿਸੇ ਕਾਂਗਰਸ ਦੇ ਲੀਡਰ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਵੀ ਯਾਰ ਬੰਦੇ ਨੇ ਕੰਮ ਕੀਤਾ, ਜੇ ਕੰਮ ਕਿਸੇ ਕੀਤਾ ਆਂਢ ਗੁਆਂਢ ਕਿਸੇ ਨੂੰ ਪਤਾ ਹੀ ਹੋਊਗਾ, ਕਿਸੇ ਬੰਦੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ? ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ। ਇੱਕ ਤਾਂ ਇਹ ਹੈ ਕਿ ਉਹ ਦਿਨ ਹੀ ਇਦਾਂ ਦੇ ਹੁੰਦੇ ਜੀ, ਜਿਵੇਂ ਘਰੇ ਵਿਆਹ ਧਰਿਆ ਹੋਵੇ ਤੇ ਕਿਸੇ ਦੀ ਗੁਆਂਢੀਆਂ ਦੀ ਸਵਾਹ ਸੁਰਤ ਹੁੰਦੀ ਹੈ। ਠੀਕ ਹੈ ਜੀ। ਸਾਰੇ ਤਾਂ ਆਪਦੀਆਂ ਚੋਣਾਂ 'ਚ ਬਿਜ਼ੀ ਸੀ, ਕਿਸੇ ਨੂੰ ਕੀ ਮਤਲਬ ਆਪਦੇ ਸਿਰ ਖੁਰਕਣ ਨੂੰ ਤਾਂ ਵੇਲ ਨਹੀਂ ਹੁੰਦਾ। ਇਲੈਕਸ਼ਨ ਇਦਾਂ ਦਾ ਪ੍ਰੋਸੈਸ ਹੁੰਦਾ ਤੇ ਪਰ ਨਹੀਂ ਫਿਰ ਵੀ ਬਹੁਤ ਸਾਰੇ ਬੰਦੇ ਬੋਲੇ ਆ ਜੀ। ਉਹਦੇ ਵਿੱਚ ਆਪਣੇ ਰਵਨੀਤ ਬਿੱਟੂ ਜੀ ਬੋਲੇ ਆ, ਬੀਬੀ ਭੱਠੜ ਜੀ ਬੋਲੇ ਆ, ਲਖਵਿੰਦਰ ਗਰਚਾ ਜੀ ਬੋਲੇ ਆ, ਆਪਣੇ ਸਾਬਕਾ ਪ੍ਰਧਾਨ ਦੁੱਲੋ ਸਾਹਿਬ ਉਹ ਬੋਲੇ ਹੈਗੇ, ਹੋਰ ਲੋਕਲ ਬੰਦਿਆਂ ਨੇ ਬਹੁਤ ਟੀਵੀ ਤੇ ਆ ਕੇ ਵੀਡੀਓ ਪਾ ਕੇ ਬੜਾ ਕੁਛ ਕਿਹਾ। ਔਰ ਸੋਨੂ ਸੂਦ ਜੀ ਦੀਆਂ ਉਹ ਵੀਡੀਓ ਵੀ ਲੋਕਾਂ ਨੇ ਬੜੀ ਵਾਇਰਲ ਕੀਤੀ ਜਦੋਂ ਮੈਂ ਉਹਨਾਂ ਦੀ ਮਾਤਾ ਦੇ ਨਾਂ ਦੇ ਉੱਤੇ ਉੱਥੇ ਰੋਡ ਬਣਾਈ ਸੀ। ਠੀਕ ਹੈ, ਅੱਛਾ ਤੁਸੀਂ ਬਣਾਈ ਸੀ? ਹਾਂਜੀ, ਮੈਂ ਉਹਨਾਂ ਦੀ ਮਾਤਾ ਦੇ ਨਾਂ ਤੇ ਸੜਕ ਬਣਾਤੀ ਜੀ, ਉਹ ਮੈਨੂੰ ਹੀ ਭਾਰੀ ਪੈ ਗਈ। ਉਹ ਉਹਨਾਂ ਦੀ ਭੈਣ ਨੂੰ ਲੱਗਿਆ ਵੀ ਆਹ ਤਾਂ MLA ਦੇ ਟੌਰ ਹੀ ਵਧੀਆ ਹੈ, ਜਿਹਦੀ ਮਰਜ਼ੀ ਮਾਂ ਦੇ ਨਾਂ ਤੇ ਸੜਕ ਬਣਾ ਦੂ। ਏਦਾਂ ਨਹੀਂ ਹੁੰਦਾ। ਮੈਂ ਚਲੋ ਇਹ ਤਾਂ ਸਨਮਾਨ ਦਿੱਤਾ ਸੀ ਮੈਂ ਤਾਂ ਉਹਨਾਂ ਨੂੰ। ਠੀਕ ਹੈ ਜੀ। ਤੇ ਉਹ ਇਜ਼ ਵੈਰੀ ਲੀਜੈਂਡ ਐਕਟਰ, ਬੜੇ ਵੱਡੇ ਨੈਸ਼ਨਲ ਨਹੀਂ ਇੰਟਰਨੈਸ਼ਨਲ ਲੈਵਲ ਦੇ ਐਕਟਰ ਹੈ। ਉਹਨਾਂ ਦੇ ਮਦਰ ਉੱਥੇ ਟੀਚਰ ਰਹੇ ਸੀਗੇ। ਸੋ ਮੈਨੂੰ ਸੋਨੂ ਜੀ ਨੇ ਕਿਹਾ ਵੀ ਮੈਂ ਚਾਹੁੰਦਾ ਮੇਰੀ ਮਦਰ ਦੇ ਨਾਂ ਤੇ ਕੁਛ ਮੋਗੇ 'ਚ ਹੋਵੇ ਜੀ। ਤੇ ਉਹ ਜਿਹੜੀ ਉਹਨਾਂ ਦੇ ਘਰ ਦੇ ਕੋਲ ਦੀ ਲੰਘਦੀ ਸੀ, ਮੈਂ ਉਹ ਸੜਕ ਬਣਾ ਦਿੱਤੀ ਉਹਨਾਂ ਦੀ ਮਦਰ ਦੇ ਨਾਂ ਦੇ ਉੱਤੇ। ਤੇ ਉਹਨਾਂ ਨੇ ਬੜਾ ਐਪਰੀਸ਼ੀਏਟ ਕੀਤਾ ਔਰ ਮੈਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਹਰਜੋਤ ਜੀ ਮੈਂ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਮੈਨੂੰ ਜਿਹੜਾ ਮਾਨ ਸਨਮਾਨ ਮਿਲਦਾ ਮੇਰਾ ਕਦੀ ਉਹਦੇ ਨਾਲ ਸਿਰ ਇੰਨਾ ਉੱਚਾ ਨਹੀਂ ਹੋਇਆ। ਮੇਰੇ ਆਪਦੇ ਸ਼ਹਿਰ ਦੇ ਵਿੱਚ ਮੇਰੀ ਮਾਂ ਦੇ ਨਾਂ ਤੇ ਸੜਕ ਬਣੀ, ਮੈਨੂੰ ਜਿਹੜਾ ਤੁਸੀਂ ਮਾਣ ਦਿੱਤਾ ਉਹਦੇ ਨਾਲ। ਔਰ ਉਹਨਾਂ ਨੇ ਵੀਡੀਓ ਪਾਈ ਉਹਦੇ ਵਿੱਚ, ਉਹ ਬੜੀ ਮੇਰੀ ਇਲੈਕਸ਼ਨ 'ਚ ਕਈਆਂ ਸਾਥੀਆਂ ਨੇ ਵਾਇਰਲ ਵੀ ਕੀਤੀ, ਉਹ ਮੈਂ ਦੇਖੀ। ਉਹਦੇ ਵਿੱਚ ਉਹ ਸੋਨੂ ਸੂਦ ਜੀ ਕਹਿੰਦੇ ਸਾਨੂੰ ਇਹੋ ਜਿਹਾ ਲੀਡਰ ਚਾਹੀਦਾ, ਬੜਾ ਐ ਆ ਜੀ ਆ ਬੂਆ। ਜਦੋਂ ਟਿਕਟ ਕੱਟੀ ਉਦੋਂ ਨਹੀਂ ਗੱਲ ਕੀਤੀ ਉਹਨਾਂ ਨੇ? ਪਹਿਲਾਂ ਮਾੜਾ ਮੋਟਾ ਕਿਹੜੇ ਬੰਦਾ ਕਹਿ ਦਿੰਦਾ ਚਲੋ ਯਾਰ ਐਤਕੀ ਲੜ ਲੈਣ ਦਿਓ ਇਲੈਕਸ਼ਨ, ਕਿ ਨਹੀਂ? ਅਸਲ ਦੇ ਵਿੱਚ ਸੋਨੂ ਸੂਦ ਜੀ ਦਾ ਕੱਦ ਨਹੀਂ ਸੀਗਾ ਇਸ ਲੈਵਲ। ਉਹ ਮੈਂ ਸਮਝਦਾ ਕਿ ਕਈ ਵਾਰ ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਸੀ, ਕਹਿੰਦੇ ਕਾਕਾ ਆਪਦੇ ਤੋਂ ਵੱਡੇ ਨਾਲ ਪੰਗਾ ਲਿਓ ਜਦੋਂ ਵੀ ਲੈਣਾ, ਤੁਹਾਡਾ ਕੱਦ ਫਿਰ ਵੱਡੇ ਦੇ ਲੈਵਲ ਦਾ ਹੋ ਜਾਂਦਾ। ਅੱਜ ਮੈਂ ਭਗਵੰਤ ਮਾਨ ਜੀ ਦੇ ਵਿਰੁੱਧ ਬੋਲਾਂ, ਮੇਰਾ ਕੱਦ CM ਬਰਾਬਰ ਹੋਣਾ। ਮੈਂ ਮੋਦੀ ਸਾਹਿਬ ਤੇ ਕੋਈ ਗੱਲ ਕਰਾਂ, ਮੇਰਾ ਕੱਦ ਉੱਥੇ ਦਾ। ਤੇ ਜੇ ਮੈਂ ਆਪਦੇ ਛੋਟੇ ਲੈਵਲ ਤੇ ਗੱਲ ਕਰਾਂ ਨਾ, ਕੱਦ ਨੀਵਾਂ ਹੁੰਦਾ ਜੀ। ਇੱਕ ਨੈਸ਼ਨਲ ਜਾਂ ਇੰਟਰਨੈਸ਼ਨਲ ਫੇਮ ਦਾ ਬੰਦਾ ਜੀ ਆ ਕੇ ਮੋਗੇ ਦੀ ਇੱਕ ਛੋਟੀ ਜੀ MLA ਦੀ ਪੋਲਿਟਿਕਸ ਵਿੱਚ ਡਾਇਰੈਕਟਲੀ ਇਨਵੋਲਵ ਹੋ ਜੇ ਔਰ ਫਿਰ ਬੜੀ ਨਮੋਸ਼ੀ ਜਨਕ ਹਾਰ ਹੋਈ। ਐ ਨਹੀਂ ਹੈਗਾ ਵੀ ਕੋਈ ਬੰਦਾ ਕਵੇ ਵੀ ਕੋਈ 2-4-10 ਵੋਟਾਂ ਤੇ ਹਾਰ ਗਿਆ ਜੀ, ਬਹੁਤ ਵੱਡੀ ਵੋਟ ਤੇ ਹਾਰਿਆ। ਔਰ ਉਹਨਾਂ ਨੂੰ ਤਾਂ ਐਂ ਲੱਗਦਾ ਸੀਗਾ ਕਿ ਮੈਂ ਆਊਂਗਾ ਤੇ ਮੈਂ ਉੱਥੇ ਬਸ ਐਂ ਕਰ ਦੇਣਾ। ਤੇ ਉਹ ਤੁਹਾਡੇ ਚੈਨਲ ਤੇ ਮੈਂ ਉਹਨਾਂ ਦੀ ਟੈਣਾ ਸਾਹਿਬ ਨਾਲ ਇੰਟਰਵਿਊ ਦੇਖੀ ਸੀਗੀ ਬਿਫੋਰ ਇਲੈਕਸ਼ਨ, ਕਹਿੰਦੇ ਯਾਰ ਮੋਗੇ 'ਚ ਤਾਂ ਉਹ ਫੁੱਫੜ ਬਹੁਤ ਹੈ, ਇੱਕ ਨੂੰ ਫੜੀ ਤਾਂ ਦੂਜਾ ਭੱਜ ਜਾਂਦਾ। ਇਹ ਪੋਲੀਟਿਕਸ ਆ ਜੀ। ਫਿਰ ਉਹਨਾਂ ਨੇ ਆਪ ਹੀ ਇਹ ਗੱਲ ਸਵੀਕਾਰ ਵੀ ਕੀਤੀ ਵੀ ਯਾਰ ਮੈਂ ਸਾਊਥ 'ਚ ਜਾਂਦਾ, ਮੇਰੇ ਨਾਂ ਤੇ ਉਹ ਮੰਦਿਰ ਬਣਾਏ ਵੇ ਆ, ਬਲੱਡ ਕੱਢ ਕੇ ਚਿੱਠੀਆਂ ਲਿਖਦੇ। ਇੱਥੇ ਦਾ ਯਾਰ ਕੋਈ ਇੱਥੇ ਲੋਕ ਹੋਰ ਤਰੀਕੇ ਤੁਹਾਡੀ ਕੱਲੀ ਉਹ ਦੇਖੋ। ਮੈਂ ਕਹਿੰਦਾ ਹੁੰਦਾ ਕਿ ਇਹ ਦੋ ਚੀਜ਼ਾਂ ਵੱਖਰੀਆਂ ਰੀਲ ਤੇ ਰੀਅਲ ਜੀ, ਇਟਸ ਵੈਰੀ ਡਿਫਰੈਂਟ। ਭਾਰਤੀ ਜਨਤਾ ਪਾਰਟੀ ਜਾਣ ਦਾ ਸਬੱਬ ਕਿੱਦਾਂ ਬਣਿਆ? ਕੇਂਦਰ 'ਚ ਸਰਕਾਰ ਆ, ਅਗਲੇ ਬੜਕਾਂ ਮਾਰਦੇ ਫਿਰਦੇ, ਪੰਜਾਬ 'ਚ ਆ ਕੇ ਅੱਧੀ ਕਾਂਗਰਸ ਤੋਂ ਹੀ ਲੈ ਗਿਆ। ਜਾਣੀ ਗੱਲ ਕੀ ਹੋਈ, ਕਿਵੇਂ ਸਬੱਬ ਬਣਿਆ, ਪਾਰਟੀ ਕਿੱਦਾਂ ਲੱਗਦੀ ਹੈ? ਮੇਰੀ ਮਾਤਾ ਕਹਿੰਦੀ ਹੁੰਦੀ, ਮੈਂ ਮੰਮੀ ਕਹਿੰਦਾ ਉਹਨਾਂ ਨੂੰ, ਮੇਰੀ ਮਦਰ ਕਹਿੰਦੀ ਵੀ ਜਦੋਂ ਮੈਂ ਛੋਟਾ ਜਿਹਾ ਸੀ ਨਾ ਜੰਮਿਆ ਤੇ ਕੋਈ ਪੰਡਤ ਆਇਆ ਸੀ ਘਰੇ ਤੇ ਉਹ ਕਹਿੰਦਾ ਸੀ ਵੀ ਮੁੰਡਾ ਤੁਹਾਡਾ ਸਾਰੀ ਉਮਰ ਵਧੀਆ ਹੀ ਰਹਿਣਾ ਹੈ, ਚੰਗਾ ਕਰਮਾਂ ਵਾਲਾ ਆ। ਤਾਂ ਮੈਂ ਕਹਿੰਦਾ ਕਿ ਇਹ ਮੇਰੇ ਤੇ ਉਸ ਪਰਮਾਤਮਾ ਦੀ, ਉਸ ਮਾਤਾ ਰਾਣੀ ਦੀ, ਉਸ ਵਾਹਿਗੁਰੂ ਦੀ ਕਿਰਪਾ। ਇੱਕ ਸੰਸਕ੍ਰਿਤ ਦਾ ਸ਼ਲੋਕ ਹੈ, ਵਿਨਾਸ਼ ਕਾਲੇ ਵਿਪਰੀਤ ਬੁੱਧੀ। ਹੋਇਆ ਤਾਂ ਇਵੇਂ ਹੀ ਆ, ਕਾਂਗਰਸ ਦੀ ਮਾੜੇ ਸਮੇਂ ਕਰਕੇ ਬੁੱਧੀ ਭ੍ਰਿਸ਼ਟ ਹੋ ਗਈ ਜੀ।
ਚੰਨੀ ਜੀ ਆਪਦੇ ਹੋ ਗਿਆ ਵੀ ਮੈਨੂੰ ਤਾਂ ਮੁੱਖ ਮੰਤਰੀ ਬਣਾ ਹੀ ਦਿੱਤਾ, ਆਪਾਂ ਕੀ ਲੈਣਾ ਹੁਣ। ਜੀ ਸਿੱਧੂ ਸਾਹਿਬ ਨੂੰ ਐ ਸੀ ਵੀ ਮੈਂ ਆਪਦੇ ਵੱਧੋ ਵੱਧ ਬਣਾਦਾ, ਇਹਨੂੰ ਲਾਵਾਂ ਠੇਬੀ ਕਿਸੇ ਤਰ੍ਹਾਂ। ਉਹ ਕੱਲਾ ਹਰਜੋਤ ਕਮਲ ਨਹੀਂ ਮਾਰਿਆ ਜੀ, ਉੱਥੇ ਇਹੋ ਜਿਹੇ ਬੰਦੇ ਅਮਰੀਕ ਸਿੰਘ ਢਿੱਲੋਂ ਵਰਗੇ ਜਿਹੜੇ 5-5 ਵਾਰੀ ਦੇ 4-4 ਵਾਰੀਆਂ ਦੇ, ਮਹਿੰਦਰ ਸਿੰਘ KP ਸਾਹਿਬ ਦੇ ਫਾਦਰ ਸਾਹਿਬ MP ਰਹੇ ਨੇ, ਉਹ ਸੌਰੀ ਪ੍ਰਧਾਨ ਰਹੇ ਨੇ ਕਾਂਗਰਸ ਪੰਜਾਬ ਦੇ, ਉਹ ਆਪ ਪ੍ਰਧਾਨ ਰਹੇ ਨੇ, MP ਰਹੇ, MLA, ਔਰ ਉਹਨਾਂ ਨੂੰ ਜਿਵੇਂ ਜਲੀਲ ਕੀਤਾ, ਉਹਨਾਂ ਨੂੰ ਅਖੀਰ ਤੱਕ ਕਰੀ ਗਏ ਕੋਈ ਨਾ ਸਾਡੀ ਰਾਹੁਲ ਜੀ ਨੇ ਗੱਲ ਹੋ ਗਈ ਤੁਹਾਨੂੰ ਟਿਕਟ ਦੇਣੀ। ਉਹ ਵਿਚਾਰਿਆਂ ਨੂੰ ਕਹਿੰਦੇ ਕਾਗਜ਼ ਭਰ ਕੇ ਪਹੁੰਚੋ, ਡਰਾਫਟ ਬਣਾ ਕੇ ਕਾਗਜ਼ ਭਰ ਕੇ ਉੱਥੇ ਪਹੁੰਚੇ, ਉੱਥੇ SDM ਦੇ ਬੈਠੇ ਰਹੇ ਵੀ ਆਉਂਦੀ ਹੈ ਜੀ ਬਸ ਤੁਹਾਡੀ ਟਿਕਟ, ਤੇ 15 ਮਿੰਟ ਰਹਿੰਦੇ ਸੀ ਉਹ ਦੂਆ ਕਰਾਇਆ। ਮਤਲਬ ਇਹ ਮੈਂ ਕਹਿੰਦਾ ਕਿ ਇੱਦਾਂ ਦੇ ਜਦੋਂ ਹਾਲਾਤ ਬਣ ਜਾਣ ਤਾਂ ਫਿਰ ਇਹੋ ਜਿਹੀ ਪਾਰਟੀ 'ਚ ਕੋਈ ਰਹਿਣ ਦਾ ਸਬੱਬ ਵੀ ਨਹੀਂ ਹੁੰਦਾ। ਠੀਕ ਹੈ, ਮੈਂ ਪਾਰਟੀ ਛੱਡੀ ਨਹੀਂ ਜੀ, ਔਰ ਮੈਂ ਤਾਂ ਉਹਨਾਂ 'ਚੋਂ ਆ ਵੀ ਜੇ ਇਹ ਮੈਨੂੰ ਨਾ ਛੱਡਦੇ ਮੈਂ ਜਿੱਤਦਾ ਹਾਰਦਾ, ਮੈਂ ਅੱਜ ਵੀ ਕਾਂਗਰਸ ਪਾਰਟੀ ਜਿੰਦਾਬਾਦ ਹੀ ਕਰੀ ਜਾਣਾ ਸੀ। ਬਟ ਉਹ ਸਬੱਬ ਇੱਦਾਂ ਦਾ ਬਣ ਗਿਆ ਜੀ, ਇਹਨਾਂ ਨੇ ਮੈਨੂੰ ਆਪ ਹੀ ਆ ਕੇ ਮਤਲਬ ਇੱਕ ਸਿਟਿੰਗ MLA ਦੇ ਤੁਸੀਂ ਇੰਨਾ ਵੀ ਨਾ ਜ਼ਰੂਰੀ ਸਮਝੋ ਵੀ ਉਹਨੂੰ ਬੁਲਾ ਕੇ ਕੰਸੋਲ ਹੀ ਕਰ ਲੈਂਦੇ। ਠੀਕ ਹੈ, ਫਿਰ ਜਿਹੜੀਆਂ ਤੁਹਾਡੀਆਂ ਭਾਵਨਾਵਾਂ ਮੈਨੂੰ ਸਮਝ ਨਹੀਂ ਲੱਗੀ ਕੀ ਸੋਚ ਕੇ ਆਏ ਸੀ। ਉਧਰੋਂ ਮਾਨਸ਼ਾਹੀਆ ਸਾਹਿਬ ਬੜਾ ਸਾਊ ਸ਼ਰੀਫ ਬੰਦਾ ਜੀ, ਬੜਾ ਇਮਾਨਦਾਰ, ਜਿਹੜਾ ਬੰਦਾ ਪੋਲੂਸ਼ਨ ਬੋਰਡ 'ਚ ਐਸੀ ਰਹਿ ਕੇ ਅਜੇ ਤਾਈਂ ਉਹਨੂੰ ਇਮਾਨਦਾਰ ਕਿਹਾ ਜਾਂਦਾ, ਫਿਰ ਤਾਂ ਇਮਾਨਦਾਰ ਹੀ ਹੋ। ਉਹਨਾਂ ਨੂੰ ਕਾਂਗਰਸ 'ਚ ਲਿਆਂਦਾ, ਅਖੀਰਲੇ ਟਾਈਮ ਤੇ ਉਹ ਟਿਕਟ ਮੂਸੇਵਾਲਾ ਸਾਹਿਬ ਨੂੰ ਦੇ ਦਿੱਤੀ। ਉਹ ਵਿਚਾਰੇ ਦੱਸੋ ਉਹੀ ਗੱਲ ਨਾ, ਰੀਲ ਤੇ ਰੀਅਲ, ਉਹ ਵਿਚਾਰਾ 63,500 ਤੇ ਲੋਕਾਂ ਨੇ ਹਰਾਤਾ ਜੀ। ਤੇ ਜਿੱਦਣ ਉਹ ਵਿਚਾਰੇ ਦੀ ਡੈਥ ਹੋ ਗਈ ਹੈ, ਭੋਗਦੇ 2.5 ਲੱਖ ਦਾ ਇਕੱਠ। ਮੈਨੂੰ ਤਾਂ ਲੋਕਾਂ ਦੀ ਮੈਂਟੈਲਿਟੀ ਦੱਸੋ ਜੀ। ਤੇ ਇਵੇਂ ਹੀ ਮੇਰੇ ਨਾਲ ਹੋਇਆ। ਮੇਰੇ ਇੱਥੇ ਸੋਨੂ ਸੂਦ ਜੀ ਨੂੰ ਲੋਕ ਟਿਕਟਾਂ ਲੈ ਕੇ ਦੇਖਣ ਜਾਂਦੇ ਸਿਰਫ ਸਕਰੀਨ ਤੇ, ਔਰ ਇੱਥੇ ਆ ਕੇ ਵਿਚਾਰਾ ਠੋਕ ਕੇ ਰੱਖਦਾ ਜੀ। ਔਰ ਦੇਖੋ ਮੇਰੇ ਨਾਲ ਤਾਂ ਜੋ ਹੋਇਆ ਜੀ, ਮੈਨੂੰ ਪਾਰਟੀ ਨੇ ਟਿਕਟ ਨਹੀਂ ਦਿੱਤੀ, ਔਰ ਮੈਨੂੰ ਉਦੋਂ ਬਾਅਦ ਅਮਰਗੜ੍ਹ ਭੇਜਦੇ ਸੀਗੇ। ਮੈਂ ਅਮਰਗੜ੍ਹ ਜਾਣਾ ਹੀ ਨਹੀਂ, ਮੈਂ ਕਿਹਾ ਜੀ ਮੈਂ ਤਾਂ ਜਿੱਤਾਂ ਹਾਰਾਂ ਮੋਗੇ ਰਹਿਣਾ, ਮਰਾਂ ਕਰਾਂ, ਮੈਂ ਤਾਂ ਮੋਗੇ ਰਹਿਣਾ। ਉਸ ਸਬੱਬ ਇਵੇਂ ਦਾ ਬਣ ਗਿਆ। ਮੇਰਾ ਇੱਕ ਦੋਸਤ ਹੈ ਅਮਰਦੀਪ ਗਰੇਵਾਲ, ਛੋਟੇ ਭਰਾਵਾਂ ਵਰਗਾ, ਉਹ ਮੈਨੂੰ ਫੜ ਕੇ ਤੇ ਲੈ ਗਿਆ ਨੱਡਾ ਸਾਹਿਬ ਕੋਲੇ। ਮਤਲਬ ਮੈਂ ਆਈ ਸਵੇਰ ਮੈਂ ਤੁਹਾਡੇ ਚੈਨਲ ਤੋਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਜੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਆਫਰ ਆਈ ਸੀਗੀ, ਠੀਕ ਹੈ, ਤੇ ਮੈਨੂੰ ਆਮ ਆਦਮੀ ਪਾਰਟੀ ਦੇ ਤਾਂ ਐਨ ਐਂਡ ਤੱਕ ਜੀ, ਜੱਸੀ ਖੰਗੂੜਾ ਜੀ ਨੇ 3-4 ਘੰਟੇ ਰਹਿੰਦੇ ਸੀ ਜਦੋਂ ਮੇਰੀ BJP ਦੀ ਟਿਕਟ ਅਨਾਉਂਸ ਹੋਣ ਵਾਲੀ ਸੀ ਜੀ, ਉਦੋਂ ਵੀ ਮੈਨੂੰ ਕਿਹਾ ਕਿ ਉਹਨਾਂ ਨੇ ਕਿਹਾ ਕਿ ਅਸੀਂ ਬਦਲ ਦਿਆਂਗੇ ਟਿਕਟ, ਤੂੰ ਆ ਜਾ ਜੀ। ਮੈਂ ਕਿਹਾ ਹੁਣ ਮੈਂ ਯਾਰ ਮੇਰੀ ਉੱਥੇ ਹਾਂ ਕਰਤੀ ਆ। ਦੇਖੋ ਮੈਂ ਕਿਹਾ ਮੈਨੂੰ ਤਾਂ ਅਜੇ ਐਂ ਕਹਿਣਾ ਔਖਾ ਲੱਗਦਾ ਵੀ ਮੈਂ ਕਾਂਗਰਸ ਵਾਲਾ, ਮੈਂ ਛੱਡੀ ਨਹੀਂ ਜੀ। ਪਰ ਇਸ ਸਟੇਜ ਤੇ ਆ ਕੇ ਮੈਂ ਕਿਹਾ ਜਦੋਂ ਕਿ ਪਾਰਲੀਮੈਂਟਰੀ ਬੋਰਡ ਆਫ BJP ਜਿਹਦੇ 'ਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜੀ, ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਜੀ, ਨੱਡਾ ਸਾਹਿਬ ਪ੍ਰਧਾਨ, ਔਰ ਇੱਦਾਂ ਦੇ 13 ਹਸਤੀਆਂ ਵੱਡੀਆਂ ਜੀ, ਉਹਨਾਂ ਨੇ ਮੇਰੀ ਟਿਕਟ ਕਲੀਅਰ ਕਰਤੀ ਹੋਵੇ, ਔਰ ਨੱਡਾ ਸਾਹਿਬ ਨੇ ਮੈਨੂੰ ਘਰੇ ਬੁਲਾ ਕੇ ਨੈਕਸਟ ਡੇ 1 ਘੰਟਾ ਛੋਟੇ ਭਰਾਵਾਂ ਵਾਂਗੂ, ਬੱਚਿਆਂ ਵਾਂਗੂ ਸਾਰੇ BJP ਦੀ ਕਾਰਜ ਪ੍ਰਣਾਲੀ ਜੇ ਉਹ ਸਮਝਾਈ, ਬੜਾ ਭਰੋਸਾ ਦਿੱਤਾ ਵੀ ਟੇਕੇ ਰਹਿ, ਕੋਈ ਗੱਲ ਨਹੀਂ। ਸਾਨੂੰ ਵੀ ਪਤਾ ਵੀ ਆ ਪਹਿਲੀ ਚੋਣ 'ਚ ਕਿਸਾਨ ਅੰਦੋਲਨ ਕਰਕੇ ਹੋਰ ਕਈਆਂ ਚੀਜ਼ਾਂ ਕਰਕੇ ਅਜੇ BJP ਨੂੰ ਨਹੀਂ ਲੋਕਾਂ ਨੇ ਸ਼ਾਇਦ ਐਕਸੈਪਟ ਕਰਨ, ਪਰ ਤੂੰ ਆਇਆ ਆ, ਜੀ ਆਇਆਂ ਨੂੰ। ਤੇ ਚਲੋ ਮੈਂ ਜੱਸੀ ਜੀ ਨੂੰ ਜਵਾਬ ਦੇ ਦਿੱਤਾ ਜੀ। ਸੋ ਇਦਾਂ ਹੀ ਮੇਰਾ ਸਬੱਬ ਬਣ ਗਿਆ ਇੱਧਰ ਆਉਣ ਦਾ, ਔਰ ਮੇਰੇ ਨਾਲ BJP ਵਾਲੇ ਨਿਭੇ ਵੀ ਬਹੁਤ ਆ। ਨਹੀਂ ਹੁਣ BJP ਵਾਲਿਆਂ ਨੇ ਟਿਕਟ ਦੇਤੀ, ਉਹਦੇ ਤੋਂ ਬਾਅਦ ਹੁਣ BJP 'ਚ ਕੀ ਜਾਣੀ ਸਰਗਰਮੀ ਕਿੱਦਾਂ, ਕਿਤੇ ਕੰਮ ਕਰਨ ਦੇ, ਕਿਤੇ ਟਿਕਾਉਂਦੇ ਕਿ? ਦੇਖੋ ਗੱਲ ਇਹ ਹੈ ਕਿ ਮੈਂ ਸਮਝਦਾ ਕਿ ਬਾਕੀ ਜਿਹੜਾ ਤੁਹਾਨੂੰ ਕੋਈ ਅਹੁਦਾ ਪਦਵੀ ਮਾਣ ਸਤਿਕਾਰ ਜੀ, ਇਹ ਪਾਰਟੀਆਂ ਨੇ ਤਾਂ ਸਬੱਬ ਨਾਲ ਦੇਣਾ ਹੁੰਦਾ, ਇਹ ਤੁਹਾਡੀਆਂ ਲਕੀਰਾਂ ਹੁੰਦੀਆਂ ਮੁਕੱਦਰ ਦੀਆਂ, ਠੀਕ ਹੈ। ਔਰ ਉਹ ਮੈਂ ਤੁਹਾਨੂੰ ਦੱਸਿਆ ਵੀ ਜੰਮਦਿਆਂ ਤੋਂ ਮੇਰੇ ਕੋਲ ਵਧੀਆ ਦੱਸਦੇ ਆ, ਤੇ ਮੈਂ ਹਮੇਸ਼ਾ ਹੀ ਜੀ ਬਹੁਤ ਅੱਛਾ ਰਿਹਾ। ਮੇਰਾ ਪਰਿਵਾਰ ਬੜਾ ਸਿੰਪਲ ਪਰਿਵਾਰ ਸੀ ਜੀ, ਫੌਜੀ ਦਾ ਮੁੰਡਾ, ਇੱਕ ਟੀਚਰ ਦਾ ਮੁੰਡਾ, ਮਤਲਬ ਇੰਨੀ ਆ ਵੀ ਤਨਖਾਹ ਵਧੀਆ ਆਉਂਦੀ ਸੀ, ਸੋਹਣਾ ਗੁਜ਼ਾਰਾ ਸੀ। ਪਰ ਮੈਂ 2 ਸਾਲਾਂ ਦਾ ਸੀ ਜਦੋਂ ਲੋਕ ਬੱਚੇ ਸਾਈਕਲ ਹੀ ਮੰਗਦੇ ਹੁੰਦੇ ਨਾ, ਤੇ ਮੈਂ ਡੈਡੀ ਨੂੰ ਕਹਿੰਦਾ ਸੀ ਮੋਟਰਸਾਈਕਲ ਲੈ ਕੇ ਆਇਆ, ਤੇ ਉਦੋਂ ਰਾਇਲ ਐਨਫੀਲਡ ਮੋਟਰਸਾਈਕਲ ਬਾਪੂ ਨੇ ਲੈ ਕੇ ਦਿੱਤਾ ਸੀ, ਅਜੇ ਮੈਂ 2 ਸਾਲਾਂ ਦਾ ਸੀ ਜੀ। ਹਾਲਾਂਕਿ ਬੜੇ ਹੈਂਡ ਟੂ ਮਾਊਥ, ਬਹੁਤ ਸਿੰਪਲ ਜਿਹਾ ਪਰਿਵਾਰ ਸੀ, ਬੜਾ ਛੋਟਾ ਜਿਹਾ, ਤੇ ਇਵੇਂ ਪਰ ਮੈਨੂੰ ਵਧੀਆ ਹੀ ਰੱਖਿਆ ਉਹਨੇ। ਠੀਕ ਹੈ। ਹੁਣ BJP 'ਚ ਆ ਗਿਆ ਮੈਂ, ਮੈਨੂੰ BJP ਨੇ ਬੜਾ ਮਾਣ ਸਤਿਕਾਰ ਦਿੱਤਾ। ਜਿਹੜੀ ਲੁਧਿਆਣਾ ਮਿਊਨਿਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਣ ਜਾ ਰਹੀ ਹੈ ਜੀ, ਉਹਦੇ ਵਿੱਚ ਜੰਗੀ ਲਾਲ ਮਹਾਜਨ ਜੀ ਜਿਹੜੇ MLA ਸਾਹਿਬ ਨੇ ਸਾਡੇ ਮਕੇਰੀਆਂ ਤੋਂ, ਉਹਨਾਂ ਨੂੰ ਇੰਚਾਰਜ ਲਾਇਆ ਪਿਆ
ਔਰ ਮੈਨੂੰ ਉੱਥੇ ਨਾਲ ਉਹਨਾਂ ਦੇ ਕੋ ਇੰਚਾਰਜ ਲਾਇਆ। ਠੀਕ ਹੈ ਜੀ। ਔਰ ਇਸੇ ਤਰ੍ਹਾਂ ਹੀ ਲੋਕ ਸਭਾ ਹਲਕੇ ਦਾ ਇੱਕ ਪ੍ਰੋਗਰਾਮ ਹੈਗਾ ਜੀ, ਉਹਦਾ ਮੈਨੂੰ ਲੁਧਿਆਣਾ ਲੋਕ ਸਭਾ ਦੇ 9 ਹਲਕਿਆਂ ਦਾ ਜੀ ਉਸ ਪ੍ਰੋਗਰਾਮ ਦਾ ਮੈਨੂੰ ਇੰਚਾਰਜ ਲਾਇਆ ਵਾ। ਬੜਾ ਮਾਣ ਹੈ। ਹੁਣ ਭੰਨ ਤੋੜ ਕਰਨਗੇ, ਖਬਰੇ ਉੱਥੇ ਵੀ ਕਿਤੇ ਮੰਡਲ ਚਲਾ ਦੇਣ। ਠੀਕ ਹੈ ਜੀ। ਡਾਕਟਰ ਸਾਹਿਬ ਮੈਨੂੰ ਦੱਸਿਓ ਜੀ, ਆਮ ਹੀ ਮੰਨਿਆ ਜਾਂਦਾ ਕਿ ਭਾਈ ਦਿੱਲੀ ਦੀ ਪੰਜਾਬ ਨਾਲ ਬਣਦੀ ਨਹੀਂ। ਆਮ ਜੇ ਜੀ ਅਕਾਲੀ ਦਲ ਵਾਲਿਆਂ ਦੀ ਸਰਕਾਰ ਹੋਵੇ ਕਹਿੰਦੇ ਦਿੱਲੀ ਧੱਕਾ ਕਰਦੀ ਹੈ, ਕਾਂਗਰਸੀ ਸਰਕਾਰ ਹੋਵੇ ਦਿੱਲੀ ਧੱਕਾ ਕਰਦੀ ਹੈ। ਤੁਸੀਂ ਹੁਣ ਉਸ ਪਾਰਟੀ ਚੋਂ ਜਿਨ੍ਹਾਂ ਦੀ ਦਿੱਲੀ 'ਚ ਸਰਕਾਰ ਹੈ, ਤੁਸੀਂ ਉਹਨਾਂ ਦੀ ਲੀਡਰਸ਼ਿਪ ਨਾਲ ਵਿਚਰਦੇ ਹੋ, ਤੁਸੀਂ ਉਸ ਪਾਰਟੀ ਚੋਂ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਕਰਜ਼ਾ ਵੀ ਕਿਸੇ ਨਾ ਕਿਸੇ ਬੰਨੇ ਕੰਢੇ ਲੱਗੇ, ਪੰਜਾਬ ਦੇ ਵਿੱਚ ਕੁਝ ਇੰਡਸਟਰੀ ਆਵੇ, ਸਾਡੇ ਆਲੇ ਦੁਆਲੇ ਜੰਮੂ ਕਸ਼ਮੀਰ, ਹਿਮਾਚਲ, ਉੱਤਰਾਖੰਡ ਸਾਰਿਆਂ ਨੂੰ ਪੈਕੇਜ ਮਿਲੇ ਹੋਆ, ਪੰਜਾਬ ਦੇ ਹਿੱਸੇ ਵੀ ਕੁਝ ਪਵੇ। ਜਦੋਂ ਕਿਤੇ ਜਾਂਦੇ ਹੋ ਆਪਦੀ ਕੋਈ ਇੰਚਾਰਜੀ ਪੱਕੀ ਕਰਦੇ ਕਿ ਪੰਜਾਬ ਦੇ ਲਈ ਵੀ ਮਾੜਾ ਮੋਟਾ ਕਿਤੇ ਹੱਥ ਪੱਲਾ ਮਾਰਿਓ ਕਿਤੇ? ਬਾਰ ਸਾਹਿਬ ਮੈਨੂੰ ਨਾ ਪ੍ਰਾਈਮ ਏਸ਼ੀਆ ਤੇ ਆ ਕੇ ਆਹੀ ਗੱਲ ਵਧੀਆ ਲੱਗਦੀ। ਇੱਕ ਦਿਨ ਟੈਣਾ ਸਾਹਿਬ ਨੇ ਇੰਟਰਵਿਊ ਕੀਤੀ ਸੀ ਜੀ, ਇੱਕ ਅੱਜ ਤੁਸੀਂ ਕਰਦੇ ਪਏ। ਆਮ ਬਹੁਤੇ ਬੰਦਿਆਂ ਨੂੰ ਸਵਾਲ ਹੀ ਨਹੀਂ ਪੁੱਛਣੇ ਆਉਂਦੇ ਔਰ ਤੁਸੀਂ ਬੜਾ ਸੰਜੀਦਗੀ ਦੇ ਨਾਲ ਇਸ ਗੱਲ ਨੂੰ ਲੈ ਰਹੇ ਹੋ। ਔਰ ਦੇਖੋ, ਦਿੱਲੀ ਨਾਲ ਟਕਰਾ ਪੰਜਾਬ ਦਾ ਹਮੇਸ਼ਾ ਹੀ ਰਿਹਾ ਔਰ ਇਹ ਅੱਜ ਤੋਂ ਨਹੀਂ, ਮੁੱਢ ਕਦੀਮੋਂ, ਚਾਹੇ ਮੁਗਲਾਂ ਦੇ ਟਾਈਮ ਤੋਂ ਲਾ ਲਓ ਜੀ, ਉਦੋਂ ਬਾਅਦ ਵੀ। ਜੇ ਕਾਂਗਰਸੀ ਸਰਕਾਰ ਉੱਤੇ ਤਾਂ ਵੀ ਟਕਰਾ ਜੀ, ਜੇ ਭਾਜਪਾ ਆ ਗਈ ਤਾਂ ਵੀ ਟਕਰਾ, ਜੇ ਜਨਤਾ ਦਲ ਦੀ ਆ ਗਈ ਸੀ ਤਾਂ ਵੀ ਲੋਕਾਂ ਇਹ ਟਕਰਾ ਦਿੱਲੀ ਨਾਲ ਨਹੀਂ। ਦਿੱਲੀ ਤਾਂ ਇੱਕ ਸਾਨੂੰ ਸ਼ੁਰੂ ਤੋਂ ਹੀ ਐਂ ਲੱਗਦੀ ਆ ਵੀ ਅਸੀਂ ਦਿੱਲੀ ਫਤਿਹ ਕਰਨੀ ਹੈ ਜੀ। ਉਹ ਕੀਤੀ ਵੀ। ਜੱਸਾ ਸਿੰਘ ਆਹਲੂਵਾਲੀਏ ਹੋਣਾ ਨੇ, ਜੱਸਾ ਸਿੰਘ ਰਾਮਗੜੀਆ ਹੋਣਾ ਨੇ ਤਖਤ ਘੜੀਸ ਕੇ ਲਿਆਂਦੇ, ਕੀਤੀ ਵੀ ਅਸੀਂ ਫਤਿਹ। ਅੱਜ ਵੀ ਅਸੀਂ ਜਿੱਥੇ ਵੀ ਜਦੋਂ ਕਿਤੇ ਕੋਈ ਮਨ ਚੋਂ ਆਉਂਦਾ ਨਾ ਤੇ ਸਾਡੀ ਫਿਰ ਢੁੱਡ ਜਿਹੜੀ ਉਹ ਦਿੱਲੀ ਨੂੰ ਹੀ ਵੱਜਦੀ ਜੀ। ਅਸਲ ਦੇ ਵਿੱਚ ਇਹ ਟਕਰਾ ਸੱਤਾ ਨਾਲ ਆ। ਪੰਜਾਬ ਦੇ ਵਿੱਚ ਜਿਹੜੀ ਹੁਣ ਸਰਕਾਰ ਬਣੀ ਉਹਨਾਂ ਨੇ ਤਾਂ ਦਿੱਲੀ ਮਾਡਲ ਦਿਖਾ ਕੇ ਆਪਦੇ ਸਰਕਾਰ ਬਣਾ ਲਈ। ਇਸ ਕਰਕੇ ਦਿੱਲੀ 'ਚ ਤਾਂ ਕੋਈ ਮਾੜਾ ਨਹੀਂ। ਹਾਂ, ਇੱਕ ਗੱਲ ਇਹ ਹੈਗੀ ਆ ਕਿ ਦੇਖੋ ਅੱਜ ਪੰਜਾਬ ਜਿੱਥੇ ਖੜਾ ਜੀ, ਅਸੀਂ ਆਹ ਜਿਹੜੀ ਸਰਕਾਰ ਬਣੀ ਆ ਇਹਨਾਂ ਨੇ ਧਰਨਾ ਮੁਕਤ, ਕਰਜ਼ਾ ਮੁਕਤ, ਪਤਾ ਨਹੀਂ ਕੀ ਕਿਹਾ ਸੀਗਾ, ਮੈਂ ਉਹਦੇ ਤੇ ਨਹੀਂ ਜਾਣਾ ਜੀ। ਉਹਨਾਂ ਨੇ ਮੁਬਾਰਕ, ਉਹਨਾਂ ਦੀ ਸਰਕਾਰ ਬਣ ਗਈ, ਵਧੀਆ ਕੰਮ ਕਰਨ, ਪੰਜਾਬ ਦਾ ਭਲਾ ਕਰਨ, ਜੋ ਵਾਅਦੇ ਕੀਤੇ ਸੀ ਉਹ ਪੰਜਾਬ ਦੇ ਬੜੇ ਹਿੱਤ 'ਚ ਸੀਗੇ ਜੀ, ਪੂਰੇ ਕਰ ਦੇਣ, ਪੰਜਾਬ ਆਪੇ ਖੁਸ਼ਹਾਲ ਹੋ ਜਾਊਗਾ। ਪਰ ਜੋ ਮੈਂ ਫੀਲ ਕਰਦਾ ਕਿ ਮੈਂ ਇੱਕ ਤੁਹਾਡੇ ਵਰਗੇ ਕਿਸੇ ਬੁੱਧੀਜੀਵੀ ਨਾਲ ਮੇਰਾ ਥੋੜੇ ਦਿਨ ਪਹਿਲਾਂ ਗੱਲ ਹੋ ਗਈ ਜੀ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਵੀ ਗੱਲ ਇਹ ਆ ਵੀ ਅੱਜ ਹਾਲਾਤ ਜਿਹੜੇ ਨੇ ਵੀ ਲੋਕ ਕਹਿਣ ਲੱਗ ਪਏ ਵੀ 3 ਮਹੀਨਿਆਂ ਬਾਅਦ ਹੀ ਤਾਂ ਲੋਕਾਂ ਨੇ ਆਮ ਆਦਮੀ ਪਾਰਟੀ, ਜਿੱਥੋਂ ਭਗਵੰਤ ਮਾਨ ਜੀ ਆਪ MP ਸੀਗੇ, 9 ਹਲਕਿਆਂ 'ਚ ਜਿੱਥੋਂ 3.5-4 ਲੱਖ ਦੀ ਲੀਡ ਸੀ ਉੱਥੋਂ ਹਰਾਤੇ ਜੀ। ਤੇ ਮੈਂ ਕਿਹਾ ਵੀ ਆਉਣ ਵਾਲਾ ਜਿਹੜਾ ਟਾਈਮ ਆ ਚੰਗਾ ਲੱਗਦਾ। ਤੁਹਾਡੇ ਵਾਂਗੂ ਸਵਾਲ ਪੁੱਛਿਆ ਵੀ ਤੇਰਾ BJP ਦਾ ਕੀ, ਮੈਂ ਕਿਹਾ ਜੀ ਚੰਗਾ ਲੱਗਦਾ। ਤੇ ਉਹਨਾਂ ਦਾ ਜਵਾਬ ਤਾਂ ਉਹਨਾਂ ਨੇ ਜੋ ਗੱਲ ਕਹੀ ਮੈਨੂੰ ਬੜੀ, ਉਹ ਮੈਂ ਉਹਦੇ ਤੋਂ ਬਾਅਦ ਆ ਕੇ ਵੀ ਕਿੰਨੀ ਦੇਰ ਸੋਚਦਾ ਰਿਹਾ ਜੀ। ਉਹ ਕਹਿੰਦੇ ਹਰਜੋਤ, BJP ਨੂੰ ਪੰਜਾਬ ਦੀ ਸ਼ਾਇਦ ਉਨੀ ਲੋੜ ਹੋਵੇ ਨਾ ਹੋਵੇ, ਅੱਜ ਪੰਜਾਬ ਨੂੰ BJP ਦੀ ਬਹੁਤ ਲੋੜ ਆ। ਤੇ ਮੈਂ ਵੀ ਆ ਕੇ ਸੋਚਦਾ ਰਿਹਾ ਵੀ ਉਹਨਾਂ ਨੇ ਕਿਸ ਐਂਗਲ ਤੋਂ ਗੱਲ ਕਹੀ। ਅੱਜ ਭਾਜੀ ਹਾਲਾਤ ਇਹ ਬਣੇ ਪਏ ਆ ਕਿ ਪੰਜਾਬ ਦੇ ਸਿਰ ਤੇ 3 ਲੱਖ ਕਰੋੜ ਦਾ ਕਰਜ਼ਾ ਕਹਿੰਦੇ ਸੀ ਇਹ ਜੀ, ਆਉਂਦਿਆਂ ਹੀ ਇਹਨਾਂ ਨੇ ਪਹਿਲਾਂ ਪਤਾ ਨਹੀਂ 11 ਅਰਬ ਤੱਕ ਕਿੰਨਾ ਉਹ ਕਰਜ਼ਾ ਲੈ ਲਿਆ ਜੀ। 3000 ਕਰੋੜ ਰੁਪਈਆ ਤਨਖਾਹਾਂ ਦੇਣ ਨੂੰ ਲੈ ਹੀ ਲੈਂਦੇ ਆ ਅਕਸਰ। ਹੁਣ ਫੇਰ ਇਹ ਮੈਨੂੰ ਪਤਾ ਲੱਗਿਆ ਕਿ 24000 ਕਰੋੜ ਰੁਪਈਏ ਦਾ ਨਵੀਂ ਪ੍ਰਪੋਜ਼ਲ ਬਣਾ ਲਈ ਆ ਕਰਜ਼ਾ ਲੈਣ ਦੀ। ਸੋ ਦੇਖੋ ਅਜੇ ਤਾਂ ਜੁਮੇ ਮਹੀਨੇ 6-7 ਹੋਏ ਆ ਜੀ। ਜੇ 6-7 ਮਹੀਨਿਆਂ 'ਚ ਇਹਦਾ ਮਤਲਬ ਤੁਸੀਂ ਜੇ ਐਵਰੇਜ ਕੱਢ ਕੇ ਦੇਖ ਲਓ, ਪਤਾ ਨਹੀਂ ਕਿੰਨੇ ਕਰੋੜ ਰੁਪਈਆ ਹਰ ਮਹੀਨੇ ਦਾ ਕਰਜ਼ਾ। ਮੁਲਾਜ਼ਮਾਂ ਨੂੰ ਤਨਖਾਹ ਨਹੀਂ ਪਹਿਲੀਆਂ ਤਰੀਕਾਂ 'ਚ ਮਿਲਦੀ। ਮੈਨੂੰ 7 ਮਹੀਨੇ ਹੋ ਗਏ ਜੀ। ਇਹ ਕਹਿੰਦੇ ਸੀ ਨਾ ਇੱਕ ਵਿਧਾਇਕ ਇੱਕ ਪੈਨਸ਼ਨ, ਤੇ ਮੈਨੂੰ ਤਾਂ ਅਜੇ ਇੱਕ ਵੀ ਨਹੀਂ ਪੂਰੀ ਮਿਲੀ। ਉਹ ਮੇਰੇ ਬਕਾਏ ਜਿਹਦੇ ਇੱਕ ਦਿਨ ਥੋੜੇ ਜਿਹੇ ਪੈਸੇ ਪਾਏ ਸੀ, ਰੈਗੂਲਰ ਅਜੇ ਪੈਨਸ਼ਨ ਵੀ ਨਹੀਂ ਮਿਲਣ ਲੱਗੀ। ਕਹਿੰਦੇ ਪੈਨਸ਼ਨ ਆਏ ਲਾ ਦੇਣਾ, ਉਹ ਲਾ ਦੇਣਾ। ਮਤਲਬ ਇਹ ਗੱਲ ਕੋਈ MLA ਤੁਹਾਨੂੰ ਕਹੂਗਾ ਨਹੀਂ, ਕਿਉਂਕਿ ਇਹਨਾਂ ਨੂੰ ਤਾਂ ਹਰ ਗੱਲ ਦਾ ਜਵਾਬ ਟੀਚਰ 'ਚ ਆਉਂਦਾ। ਸੁਖੀ ਜੀ MLA ਨੇ, ਸੁਖਵਿੰਦਰ ਸਿੰਘ ਸੁਖੀ ਅਕਾਲੀ ਦਲ ਤੋਂ, ਉਹਨਾਂ ਨੇ ਇੱਕ ਦਿਨ ਵਿਧਾਨ ਸਭਾ 'ਚ ਕਹਿਤਾ ਵੀ ਤੁਸੀਂ ਆਪਦੇ MLA ਦੀਆਂ ਤਨਖਾਹਾਂ ਰਿਵਾਈਜ਼ ਕਰੋ। ਦਿੱਲੀ 'ਚ ਤਾਂ 2.5 ਲੱਖ ਦੇਈ ਜਾਂਦੇ ਆ। ਇਹ ਹੁਣ ਦੀ ਗੱਲ ਆ, ਮੇਰੇ ਵੇਲੇ ਦੀ ਨਹੀਂ, ਇਸ ਵਿਧਾਨ ਸਭਾ ਦੀ ਗੱਲ ਆ। ਤੇ ਵੀ ਉਹਨਾਂ ਨੇ ਉਦਾਹਰਨ ਤੌਰ ਤੇ ਕਿਹਾ ਵੀ ਤੁਹਾਡਾ ਇੱਕ MLA ਇੱਥੇ ਬੈਠਾ, ਵੀ ਅਸੀਂ ਟੂਰ ਤੇ ਜਾਣਾ ਸੀਗਾ। MLAs ਦਾ ਟੂਰ ਹੁੰਦੇ ਆ, ਪੈਸੇ ਬਾਅਦ 'ਚ ਮਿਲਦੇ ਆ, ਖਰਚਾ ਸਰਕਾਰ ਦਾ ਹੁੰਦਾ।
ਕਮੇਟੀ ਜਾਂਦੀ ਆ ਨਿਰੀਖਣ ਕਰਨ, ਕੋਲੋਂ ਲਾਣ ਕਹਿੰਦੇ ਜੀ ਉਹ ਟੂਰ ਤੇ ਨਹੀਂ ਜਾ ਸਕੇ ਕਿਉਂਕਿ ਉਹ ਕਹਿੰਦੇ ਯਾਰ ਮੇਰੇ ਕੋਲ ਪੈਸੇ ਹੈ ਨਹੀਂ। ਤੇ ਬਾਜਵਾ ਸਾਹਿਬ ਲੀਡਰ ਆਫ ਆਪੋਜੀਸ਼ਨ ਉਹਨਾਂ ਨੇ ਵੀ ਉੱਠ ਕੇ ਕਿਹਾ ਤੇ ਬਜਾਏ ਇਹਦੇ ਕਿ ਇਹਨੂੰ ਸਿੰਪੈਥੀਕਲੀ ਲੈਂਦੇ, ਬਾਜਵਾ ਸਾਹਿਬ ਨੂੰ ਅੱਗੋਂ ਮੁੱਖ ਮੰਤਰੀ ਭਗਵੰਤ ਮਾਨ ਜੀ ਟੀਚਰ ਕਰਕੇ ਕਹਿੰਦੇ ਆ ਵੀ ਜੇ ਤੁਸੀਂ ਇੰਨੇ ਜੋਗੇ ਹੀ ਨਹੀਂ ਸੀ ਤਾਂ ਫਿਰ ਤੁਸੀਂ ਟਿਕਟਾਂ ਹੀ ਨਾ ਲੈਂਦੇ। ਕੋਈ ਬੰਦਾ ਪੰਜਾਬ ਦਾ ਇਸ ਗੱਲ ਨੂੰ ਭੁੱਲਿਆ ਪਿਆ ਵੀ ਬਾਜਵਾ ਸਾਹਿਬ ਕਿੰਨੇ ਕੁ ਜੋਗੇ ਹੈਗੇ, ਪਰ ਹਰ ਗੱਲ ਦਾ ਜਵਾਬ ਟੀਚਰ ਨਾਲ ਨਹੀਂ ਹੁੰਦਾ। ਤੁਹਾਡੇ MLA ਵਿਚਾਰੇ ਤਾਂ ਕਾਰੋਬਾਰ ਵੀ ਬੰਦ ਕਰਕੇ ਗੱਡੀਆਂ ਤੇ ਚੜ੍ਹ ਗਏ, ਉਹਨਾਂ ਕੋਲੇ ਤਾਂ ਹੁਣ ਓਨਾ ਹੀ ਹੈ। ਇਹਦੇ ਤੋਂ ਇਲਾਵਾ ਮੈਂ ਤਾਂ ਤੁਹਾਨੂੰ ਗੱਲ ਕਹੀ ਵੀ ਸਰਕਾਰ ਤਾਂ ਆਪ ਵਿਚਾਰੀ ਆਪਦਿਆਂ ਨੂੰ ਨਹੀਂ ਦਿੱਤੀ ਜਾਂਦੀ। ਉਦੋਂ ਇਲਾਵਾ ਜਿੰਨੀਆਂ ਕੁ ਵਾਅਦੇ ਕੀਤੇ ਸੀ ਉਹ ਛੱਡ ਦਿਓ ਤੁਸੀਂ, 1000 ਰੁਪਈਆ ਦੇਣ ਵਾਲਾ ਹੋਰ ਛੱਡ ਦਿਓ ਤੁਸੀਂ। ਅੱਜ ਪੰਜਾਬ ਦੇ ਮੁਲਾਜ਼ਮ ਜਿਹੜੇ ਕੰਮ ਕਰਦੇ ਆ ਉਹਨਾਂ ਦੀ ਸੈਲਰੀ ਵੀ ਦੇਣ ਵਾਸਤੇ ਹਰ ਮਹੀਨੇ ਕਰਜ਼ਾ ਲੈਣਾ ਜਾਂ ਡਿਲੇ, ਇੱਦਾਂ ਚੱਲ ਰਿਹਾ ਕੰਮ। ਸੋ ਇਹ ਤਾਂ ਜੇ 5 ਸਾਲ ਕਿਵੇਂ ਪੂਰੇ ਕਰਨਗੇ। ਸੋ ਉਹਦੇ ਤੋਂ ਇਲਾਵਾ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਤਵਾਦ ਵਾਲਾ ਟਾਈਮ ਦੁਬਾਰਾ ਆ ਗਿਆ। ਇਹ ਜਿਹਾ ਮਾਹੌਲ ਦੁਬਾਰਾ ਬਣਿਆ ਪਿਆ ਕਿ ਤੁਸੀਂ ਇਹ ਦੇਖੋ ਗੈਂਗਸਟਰ ਰਹੇ ਨੇ ਹਰ ਹਾਲਤ, ਹਰ ਸਰਕਾਰ 'ਚ ਹੁੰਦੇ ਰਹੇ ਨੇ ਦੁਖੀ ਤਿੱਖੀ, ਪਰ ਅੱਜ ਜਿੰਨਾ ਕਦੇ ਵੀ ਨਹੀਂ ਹੋਏ। ਇੰਨਾ ਡਰ ਮਾਹੌਲ ਦਾ ਜਾਂ ਤਾਂ ਅੱਤਵਾਦ ਵੇਲੇ ਸੀ ਤੇ ਜਾਂ ਮੁੜ ਹੋਇਆ ਵਾ ਇੱਥੋਂ ਤੱਕ ਵੀ ਸਿਆਣੇ ਤੁਰਨ ਲੱਗਿਆਂ ਨੂੰ ਕਹਿਣ ਲੱਗ ਪਏ ਹਨੇਰਾ ਹੋ ਗਿਆ ਜਾਣ ਨੂੰ ਰਹਿਣ ਦੇ। ਸੋ ਇਹ ਗੱਲ ਮੈਂ ਸਮਝਦਾ ਕਿ ਬਹੁਤ ਪੰਜਾਬ ਦੇ ਵਾਸਤੇ ਘਾਤਕ ਆ। ਔਰ ਦੂਜੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਸੀ, ਉਹ ਮੈਨੂੰ ਬਹੁਤ ਸਾਰੇ ਬੰਦਿਆਂ ਨੂੰ ਉਹ ਗੱਲ ਸ਼ਾਇਦ ਬੁਰੀ ਜਾਂ ਰੜ ਕੇ, ਕਿਉਂਕਿ ਕਈ ਬੰਦਿਆਂ ਦੀ ਸੋਚ ਮੇਰੇ ਨਾਲ ਐ ਨਹੀਂ ਮਿਲਣੀ। ਮੈਂ ਪੰਜਾਬ ਦੀ ਗੱਲ ਕਰਦਾ, ਮੈਂ ਆਮ ਲੋਕਾਂ ਦੀ ਗੱਲ ਕਰਦਾ, ਮੈਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਇੱਕ ਧੜੇ ਦੀ ਗੱਲ ਨਹੀਂ ਕਰਦਾ। ਅੱਜ ਦੀ ਹਾਲਾਤ ਜਿਹੜੇ ਬਣੇ ਪਏ ਆ, ਜੇ ਲੋਕਾਂ ਨੇ ਕਾਂਗਰਸ ਨੂੰ ਰਿਜੈਕਟ ਕਰਤਾ ਸੀ, ਜੇ ਲੋਕਾਂ ਨੇ ਅਕਾਲੀ ਦਲ ਨੂੰ ਰਿਜੈਕਟ ਕਰਤਾ, ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ, 3 ਮਹੀਨਿਆਂ ਬਾਅਦ ਸੰਗਰੂਰ 'ਚ ਆਮ ਆਦਮੀ ਪਾਰਟੀ ਨੂੰ ਰਿਜੈਕਟ ਕਰਤਾ ਔਰ ਚੁਣਿਆ ਕਿ ਇਹਨਾਂ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ। ਮੇਰੇ ਬਹੁਤ ਸਤਿਕਾਰਯੋਗ ਨੇ, ਮੇਰੇ ਤੋਂ ਤਾਂ ਬਹੁਤ ਵੱਡੇ ਨੇ, ਬਹੁਤ ਜ਼ਿਆਦਾ ਪੜ੍ਹੇ ਲਿਖੇ ਤੇ ਸਿਆਣੇ ਆ, ਪਰ ਉਹਨਾਂ ਦੀ ਦਿਸ਼ਾ ਕੀ ਆ? MP ਬਣਦੇ ਹੀ ਭਗਤ ਸਿੰਘ ਨੂੰ ਅੱਤਵਾਦੀ ਕਹਿਤਾ। ਔਰ ਅੱਜ ਤੱਕ ਇਸ ਵਿਸ਼ੇ 'ਚ ਨਹੀਂ ਮੈਂ ਪਹਿਲਾਂ ਖਾਲਿਸਤਾਨ ਮਾੜਾ ਆ ਚੰਗਾ ਆ ਮੰਗਣ, ਪਰ ਵੱਖਵਾਦ ਦੀ ਗੱਲ ਤਾਂ ਉਹ ਹਮੇਸ਼ਾ ਹੀ ਕਰਦੇ ਨੇ। ਔਰ ਉਹ ਮੈਂ ਲੋਕਾਂ ਦੀ ਗੱਲ ਕਰਦਾ ਕਿ ਜਿਸ ਤੁਸੀਂ ਤੀਜੀ ਧਿਰ ਨੂੰ ਵੀ ਨਕਾਰ ਕੇ ਆਮ ਆਦਮੀ ਨੂੰ, ਜਿਹੜੀ ਚੌਥੀ ਧਿਰ ਨੂੰ ਤੁਸੀਂ ਲਿਆਂਦਾ, ਉਹ ਅੱਜ ਧਿਰ ਦੇ ਫੋਲੋਅਰਸ ਕਿੱਧਰ ਨੂੰ ਜਾ ਰਹੇ ਆ? ਕੀ ਉਹ ਪੰਜਾਬ ਦਾ ਭਲੇ ਵੱਲੋਂ ਜਾ ਰਹੇ ਆ, ਇਕਜੁੱਟਤਾ ਵੱਲੋਂ ਜਾ ਰਹੇ, ਜਾਂ ਵੱਖਵਾਦ ਨੂੰ ਪੰਜਾਬ ਨੂੰ ਵੰਡਣ ਦੀ ਗੱਲ ਕਰ ਰਹੇ? ਡਾਕਟਰ ਸਾਹਿਬ ਛੋਟੇ 3 ਸਵਾਲ। ਜੇ ਦਿੱਲੀ 'ਚ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਕਿਸੇ ਕੇਂਦਰੀ ਮੰਤਰੀ ਨਾਲ ਬੈਠੇ ਹੋ, ਮੰਨ ਲਓ ਭਵਿੱਖ 'ਚ, ਉੱਥੇ ਇੱਕ ਪਾਸੇ ਪੰਜਾਬ ਦੇ ਭਲੇ ਦੀ ਗੱਲ ਹੈ, ਦੂਜੇ ਪਾਸੇ ਡਾਕਟਰ ਹਰਜੋਤ ਕਮਲ ਦੇ ਨਿੱਜੀ ਲਾਭ ਦੀ ਗੱਲ ਹੈ। ਡਾਕਟਰ ਹਰਜੋਤ ਕਮਲ ਕਿੱਧਰ ਨਿਭਣਗੇ? ਦੇਖੋ, ਡਾਕਟਰ ਹਰਜੋਤ ਕਮਲ ਦਾ ਆਪਣਾ ਭਲਾ ਤਾਂ ਹੀ ਆ ਜੇ ਪੰਜਾਬ ਦਾ ਭਲਾ। ਮੇਰਾ ਪਰਿਵਾਰ ਆ, ਮੇਰੇ ਬੱਚੇ ਆ, ਮੇਰੇ ਰਿਸ਼ਤੇਦਾਰ ਆ ਸਾਰੇ। ਜੇ ਪੰਜਾਬ ਹੀ ਮਰ ਜੂ ਤੇ ਹਰਜੋਤ ਕਮਲ ਕਾਹਦੇ ਨਾਲ ਗਰੋ ਕਰੂ? ਮੈਂ ਚਲੋ ਮੰਨ ਲਓ ਤੁਸੀਂ, ਮੈਂ ਬੇਸਿਕਲੀ ਤਾਂ ਮੈਂ ਡਾਕਟਰ ਆ, MBA ਕੀਤੀ ਹੈ, ਠੀਕ ਆ। ਉਹਦੇ ਤੋਂ ਇਲਾਵਾ ਜੇ ਤੁਸੀਂ ਕਹੋ ਕਿ ਅੱਜ ਮੈਂ ਤੁਹਾਡੇ ਕੋਲ ਐਜ਼ ਰਾਜਨੀਤਿਕ ਤੌਰ ਤੇ ਬੈਠਾ, ਯਾਰ ਮੈਂ ਰਾਜਨੀਤੀ ਕਰਨੀ ਕਿਹਦੇ ਤੇ ਆ? ਠੀਕ ਹੈ, ਜੇ ਪੰਜਾਬ ਹੀ ਮਰ ਗਿਆ, ਮੈਂ ਤਾਂ ਮਤਲਬ ਬੇਬਾਕੀ ਨਾਲ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਕਿ ਇਹ ਜਿੰਨੀ ਦੇਰ ਤੱਕ ਫ੍ਰੀ ਬੀਸ ਬੰਦ ਨਹੀਂ ਨਾ ਹੁੰਦੀਆਂ, ਸਿਰਫ ਲੋੜਵੰਦਾਂ ਤੱਕ ਨਹੀਂ ਸੀਮਤ ਰਹਿੰਦੀਆਂ, ਉਨੀ ਦੇਰ ਤੱਕ ਪੰਜਾਬ ਤੇ ਕੋਈ ਪਾਰਟੀ ਆ ਜੇ ਭਲਾ ਨਹੀਂ ਹੋ ਸਕਦਾ। ਮੁਫਤ ਵਾਲੀਆਂ ਸਹੂਲਤਾਂ। ਹਾਂ, ਇੱਕ ਗੱਲ ਆ ਵੀ ਜਿਹੜਾ ਕਰਜ਼ਾ ਚੜਿਆ, ਉਹ ਮੈਨੂੰ ਐਂ ਲੱਗਦਾ ਵੀ ਜੇ ਆਪਾਂ ਜਿਵੇਂ ਹੁਣ ਆੜ੍ਹਤੀ ਤੋਂ ਕਰਜ਼ਾ ਲਿਆ ਹੁੰਦਾ, ਉਹਨੂੰ ਕਹਿ ਦਈਏ ਵੀ ਯਾਰ ਮੇਰੇ ਤੋਂ ਨਹੀਂ ਤੈਨੂੰ ਵਿਆਜ ਦਿੱਤਾ ਜਾਂਦਾ, ਮੇਰੇ ਤੋਂ ਨਹੀਂ ਮੋੜਿਆ ਜਾਂਦਾ, ਯਾਰ ਤੂੰ ਹੀ ਸਾਂਭ ਲਾ, ਤੂੰ ਹੀ ਚਲਾ ਲਾ, ਤੇ ਫਿਰ ਉਹ ਇਸ ਕਰਕੇ ਉਹ ਸੈਂਟਰ ਦੇ ਵਿੱਚ ਭਾਜਪਾ ਹੈਗੀ ਆ। ਜੇ ਇੱਥੇ ਪੰਜਾਬ 'ਚ ਵੀ ਭਾਜਪਾ ਆ ਜੇ ਤਾਂ ਮੈਨੂੰ ਲੱਗਦਾ ਸ਼ਾਇਦ ਭਲਾ ਹੋ ਜੇ ਉਹਨਾਂ ਨੂੰ। ਜਦੋਂ ਜਾ ਕੇ ਇੱਥੇ ਵਾਲੇ ਕਹਿਣਗੇ ਵੀ ਭਰਾਵਾ ਸਾਤੋਂ ਨਹੀਂ ਮੋੜਿਆ ਮਾਰਿਆ ਜਾਂਦਾ, ਹੋ ਸਕਦਾ ਲੀਕ ਲੂਕ ਮਾਰ ਦੇਣ ਜਾਂ ਕੋਈ ਰੈਤ ਰੂਤ ਹੋ ਜੇ। ਠੀਕ ਹੈ ਜੀ। ਜਿਹੜੀ ਗੱਲ ਤੁਸੀਂ ਮਤਲਬ ਮੈਨੂੰ ਫ੍ਰੀ ਬੀਸ ਤੁਸੀਂ ਬੜਾ ਉਹਨੂੰ ਕਲੀਅਰ ਕਰਤਾ, ਮੁਫਤ ਵਾਲੀ ਬਹੁਤ ਸਹੂਲਤਾਂ ਅੱਜ ਇੱਦਾਂ ਦੀਆਂ ਜਿਹੜੀਆਂ ਨਜਾਇਜ਼ ਬੰਦੇ ਲੈ ਰਹੇ ਆ, ਉਹਨਾਂ ਦਾ ਕੋਈ ਨਾ ਕੋਈ ਤਾਂ ਅਸੀਂ ਐਂ ਡਰੀ ਜਾਂਦੇ, ਵੋਟ ਖਰਾਬ ਹੋ ਜੂ। ਇਹ ਵੋਟ ਖਰਾਬ ਨਹੀਂ ਹੋ ਰਹੀ, ਪੰਜਾਬ ਖਰਾਬ ਹੋ ਰਿਹਾ। ਠੀਕ ਹੈ ਜੀ।
ਔਰ ਮੈਂ ਉਹਦਾ ਇੱਕ ਛੋਟਾ ਜਿਹਾ ਤੁਹਾਨੂੰ ਹੱਲ ਦੱਸਾਂ। ਪਲੀਜ਼ ਜੇ ਹੱਲ ਤਾਂ ਜਿੰਨੇ ਚਾਹੀਦਾ। ਬੰਦਿਆਂ ਦੇ ਕੋਲੇ ਨੀਲੇ ਕਾਰਡ ਬਣੇ ਆ ਨਾ, ਉਹਨਾਂ ਸਾਰਿਆਂ ਦੇ ਘਰ ਦੇ ਬਾਹਰ ਲਿਖ ਦਿਓ ਵੀ ਨੀਲਾ ਕਾਰਡ ਧਾਰਕ। ਉਹ ਜਿਹੜੇ ਮੁੱਛਾਂ ਖੜੀਆਂ ਵਾਲੇ ਤੇ ਤੁਰਲੇ ਵਾਲੀ ਪੱਗ ਵਾਲੇ ਆ ਨਾ ਜੀ, ਜਿਹੜੇ ਆਪਣੇ ਆਪ ਨੂੰ ਬਾਹਲਾ ਕਹਿੰਦੇ ਆ, ਜਦੋਂ ਉਹਨਾਂ ਦੇ ਘਰ ਦੇ ਮੋਹਰੇ ਲਿਖ ਦੂੰਗਾ ਨਾ ਵੀ ਨੀਲੇ ਕਾਰਡ BPL ਵਾਲਾ ਜੀ, ਉਹ ਕਹਿਣਗੇ ਅਸੀਂ ਨਹੀਂ ਲਿਖਾਉਣਾ, ਸਾਡਾ ਕਾਰਡ ਵਾਪਸ ਲੈ ਕੱਟ ਦਿਓ, ਕਾਰਡ ਕੱਟ ਦਿਓ। ਠੀਕ ਹੈ ਜੀ, ਨਹੀਂ ਠੀਕ ਹੈ, ਗਲਤ ਸਹੂਲਤ ਤਾਂ ਮਿਲਣੀ ਨਹੀਂ ਚਾਹੀਦੀ। ਡਾਕਟਰ ਸਾਹਿਬ ਆਖਰੀ ਗੱਲ, ਅਸੀਂ ਚਾਹੁੰਦੇ ਹਾਂ ਕਿ ਪੰਜਾਬ ਉੱਠੇ, ਕਿਉਂਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ, ਅਸੀਂ ਤੁਹਾਨੂੰ ਵੀ ਕਹਿਣਾ ਕਿਉਂਕਿ ਕੇਂਦਰ ਤੋਂ 4 ਸਕੀਮਾਂ ਜੇ ਆਉਂਦੀਆਂ ਮੋਗੇ ਲਈ ਲੈ ਆਇਓ। ਜੇ ਕੋਈ ਪ੍ਰੋਜੈਕਟ ਇਦਾਂ ਦੇ ਹੁੰਦੇ ਅਗਲੇ ਪਤਾ ਨਹੀਂ ਸੂਬਾ ਸਰਕਾਰ ਦੀ ਨਾ ਮੰਨਣ। ਜੇ ਕਿਤੇ ਤੁਹਾਨੂੰ ਇਦਾਂ ਪਤਾ ਲੱਗਾ ਕਿ ਕੋਈ ਸਕੀਮ ਕੇਂਦਰ ਕੋ ਹੈਗੀ ਆ, ਆਮ ਆਦਮੀ ਪਾਰਟੀ ਵਾਲਿਆਂ ਦੇ ਵੀ ਕੰਨ 'ਚ ਫੂਕ ਮਾਰ ਦਿਓ ਕਿ ਭਾਈ ਇਦਾਂ ਦੀ ਸਕੀਮ ਹੈਗੀ ਆ, ਮੁੜ ਕੇ ਪ੍ਰੈਸ ਕਾਨਫਰੰਸ ਕਰ ਦਿਓ, ਅਸੀਂ ਨਾ ਤੁਹਾਡਾ ਹੀ ਲਾਵਾਂਗੇ ਕਿ ਭਾਈ ਡਾਕਟਰ ਹਰਜੋਤ ਕਮਲ ਨੇ ਕਰਾਤਾ, ਕਿਤੇ ਇਹ ਨਾ ਕਹੋ ਕਿ ਸਾਡੀ ਸਰਕਾਰ ਆਊ ਤਾਂ ਫੇਰ ਕਰਾਂਗੇ। ਕਰੋਗੇ ਇਦਾਂ? ਡੈਫੀਨੇਟਲੀ। ਜਦੋਂ ਮੈਨੂੰ ਲੱਗਦਾ ਕਿ ਅਜੇ ਤੱਕ ਸਾਰੇ ਹੀ ਰੁੱਝੇ ਹੋਏ ਨੇ ਉੱਧਰ ਹਿਮਾਚਲ ਤੇ ਗੁਜਰਾਤ ਦੀ ਇਲੈਕਸ਼ਨ ਤੋਂ ਬਾਅਦ, ਮੈਂ 2 ਗੇੜੇ ਪਹਿਲਾਂ ਲਾਇਆ ਆ ਦਿੱਲੀ ਦੇ, ਫਿਰ ਉਹ ਸਾਰੇ ਬਹੁਤੇ ਬੰਦੇ ਜਿਹੜੇ ਨੇ ਉਹ ਇੱਧਰ ਰੁੱਝੇ ਪਏ। ਤਾਂ ਮੈਂ ਇਹਦੇ ਤੋਂ ਬਾਅਦ ਮੈਂ 2-3 ਪ੍ਰੋਜੈਕਟਸ ਦੇ ਉੱਤੇ ਕੰਮ ਕਰ ਰਿਹਾ। ਠੀਕ ਹੈ, ਤੇ ਉਹ ਡੈਫੀਨੇਟਲੀ ਉਹਦੇ ਤੇ ਕਰੂੰਗਾ ਮੈਂ। ਠੀਕ ਹੈ ਜੀ। ਡਾਕਟਰ ਸਾਹਿਬ ਤੁਸੀਂ ਜੁੜੇ, ਤੁਹਾਡਾ ਬਹੁਤ ਧੰਨਵਾਦ। ਸਾਲ ਕੁ ਬਾਅਦ ਫੇਰ ਸੱਦਾਂਗੇ, ਉਦੋਂ ਲੋਕ ਸਭਾ ਦੀ ਇਲੈਕਸ਼ਨ ਨੇੜੇ ਹੋਣੀ ਆ। ਪਹਿਲਾਂ ਤਾਂ ਤੁਸੀਂ ਨਾ ਮੇਰਾ ਧੰਨਵਾਦ ਕਰੋ, ਮੈਂ ਤੁਹਾਡਾ ਵੀ ਧੰਨਵਾਦ ਕਰਦਾ। ਔਰ ਤੁਹਾਡੇ ਨਾਲ ਜੁੜੇ ਲੱਖਾਂ ਜਿਹੜੇ ਬੰਦੇ ਆ, ਉਹਨਾਂ ਦਾ ਵੀ ਮੈਂ ਨਿਮਰਤਾ ਸਹਿਤ ਸਤਿਕਾਰ ਨਾਲ ਧੰਨਵਾਦ ਕਰਦਾ ਕਿ ਉਹ ਤੁਹਾਡੇ ਚੈਨਲ ਨੂੰ ਤਾਂ ਜਿੱਥੇ ਉਹ ਕਰਦੇ ਆ, ਤੁਹਾਡੇ ਮੇਰੇ ਵਰਗੇ ਬੰਦੇ ਨੂੰ ਵੀ ਤੁਹਾਡੇ ਚੈਨਲ ਤੇ ਆ ਕੇ ਪ੍ਰਮੋਟ ਕਰ ਦਿੰਦੇ। ਇੱਕ ਬੇਨਤੀ ਜ਼ਰੂਰ ਕਰੂੰਗਾ ਮੈਂ ਤੁਹਾਡੇ ਚੈਨਲ ਦੇ ਲੋਕਾਂ ਨੂੰ, ਵੈਸੇ ਤਾਂ ਬਹੁਤੇ ਬੰਦੇ ਤੁਹਾਡੇ ਨਾਲ ਸੂਝਵਾਨ ਨਹੀਂ ਜੁੜੇ, ਤੁਹਾਡਾ ਕਿਸੇ ਵੀ ਬੰਦੇ ਨਾਲ, ਮੇਰੇ ਨਾਲ ਵੀ ਜਾਂ ਕਿਸੇ ਵੀ ਬੰਦੇ ਨਾਲ ਨਿੱਜੀ ਵਿਰੋਧ ਹੋ ਸਕਦਾ। ਉਹ ਨਿੱਜੀ ਟਿੱਪਣੀ ਜਿਹੜੀ ਆ ਨਾ, ਉਹ ਜਦੋਂ ਤੁਸੀਂ ਗਾਲਾਂ ਦੇ ਰੂਪ ਚ ਕਰਨ ਲੱਗ ਪੈਂਦੇ ਆ, ਫਿਰ ਉਹ ਮੈਂ ਅੱਜ ਤੁਹਾਡੇ ਚੈਨਲ ਤੇ ਮੇਰਾ ਖਿਆਲ 7 ਮਹੀਨਿਆਂ ਬਾਅਦ ਆਇਆ, ਔਰ ਤੁਸੀਂ ਮੈਨੂੰ ਕਿਸੇ ਚੈਨਲ ਤੇ ਡਿਬੇਟ ਚ ਨਹੀਂ ਦੇਖਿਆ ਹੋਊਗਾ। ਮੈਂ ਕਰੋਨਾ ਦੇ ਦਿਨਾਂ ਚ ਇੱਕ ਚੈਨਲ ਤੇ ਆਇਆ ਤੇ ਇੱਕ ਦਿਨ ਮੈਂ ਹੁਣ ਆਇਆ। ਮੈਂ ਚੈਨਲ ਦੇ ਉੱਤੇ ਇਹ ਗੱਲ ਕਹੀ, ਮੈਂ ਕਿਹਾ ਜੀ ਜੇ ਤਾਂ ਬੰਦਿਆਂ ਵਾਂਗੂ ਡਿਬੇਟ ਕਰਨੀ ਹੈ ਪੋਜ਼ਿਟਿਵ, ਤਾਂ ਫਿਰ ਮੇਰੇ ਨਾਲ ਕਰ ਲਓ, ਨਹੀਂ ਤਾਂ ਮੇਰੀ ਸਤਿ ਸ੍ਰੀ ਅਕਾਲ। ਸੋ ਇੱਥੇ ਮੈਂ ਕਹਿੰਦਾ ਆਪਾਂ ਤਾਂ ਗੱਲ ਤਾਂ ਕਰਦੇ ਹਾਂ ਕੋਈ ਅਗਾਂਹ ਵਧਣ ਦੀ, ਐਡੀਆਂ ਭੱਦੀਆਂ ਟਿੱਪਣੀਆਂ ਤੁਹਾਨੂੰ ਨਹੀਂ ਪਸੰਦ ਤਾਂ ਤੁਸੀਂ ਕੱਟ ਦਿਓ। ਨਹੀਂ, ਪੰਜਾਬੀ ਭਾਸ਼ਾ ਸ਼ੁੱਧ ਲਿਖੋ, ਵਧੀਆ ਲਿਖੋ, ਕੋਈ ਵਿਚਾਰਧਾਰਕ ਮਤਭੇਦ ਹੈ, ਤੁਸੀਂ ਆਪਦਾ ਮਤਭੇਦ ਹੈ ਤੁਸੀਂ ਲਿਖੋ। ਉਹ ਬੰਦੇ ਨੇ ਤੁਹਾਡੇ ਨਾਲ ਕਿਤੇ ਧੱਕਾ ਕੀਤਾ, ਤੁਸੀਂ ਲਿਖੋ ਵੀ ਮੇਰੇ ਤੇ ਤੂੰ ਪਰਚਾ ਕਰਾਇਆ ਸੀ ਵੀ, ਜਾਂ ਤੂੰ ਮੇਰੇ ਨਾਲ ਖੜਿਆ ਨਹੀਂ ਵੀ। ਪਰ ਐਵੇਂ ਤੁਸੀਂ ਉਹ ਸਿਆਸਤ ਇੱਥੇ ਨਹੀਂ ਚਾਹੀਦੀ। ਚੈਨਲ ਦੇ ਉੱਤੇ ਸ਼ੁੱਧਤਾ ਨਾਲ ਗੱਲ ਕਰਨੀ। ਬਹੁਤ ਤੁਹਾਡਾ ਧੰਨਵਾਦ, ਤੁਸੀਂ ਮੈਨੂੰ ਰੂਬਰੂ ਕਰਾਇਆ ਔਰ ਇੰਨਾ ਸਮਾਂ ਦਿੱਤਾ। ਸ਼ੁਕਰੀਆ ਜੀ, ਮਿਹਰਬਾਨੀ। ਸੋ ਡਾਕਟਰ ਹਰਜੋਤ ਕਮਲ ਸਾਹਿਬ ਦੇ ਨਾਲ ਗੱਲਬਾਤ ਜਿਹੜੀ ਉਹ ਚੱਲ ਰਹੀ ਸੀ। ਤੁਸੀਂ ਮੋਗੇ ਤੋਂ, ਤੁਸੀਂ ਆਲੇ ਦੁਆਲੇ ਹੋ, ਕਦੇ ਡਾਕਟਰ ਹਰਜੋਤ ਕਮਲ ਹੋਰਾਂ ਨਾਲ ਵਾਹ ਪਿਆ ਹੋਵੇ ਤਾਂ ਤੁਸੀਂ ਜ਼ਰੂਰ ਜਿਹੜਾ ਉਹ ਆਪਦੀ ਟਿੱਪਣੀ ਕਰ ਦਿਓ, ਪਰ ਸਹੀ ਚੰਗੀ ਪੰਜਾਬੀ ਭਾਸ਼ਾ ਦੇ ਵਿੱਚ ਭਾਈ। ਆਪਾਂ ਕੋਈ ਵੀ ਐਸਾ ਸ਼ਬਦ ਨਹੀਂ ਵਰਤਣਾ ਜਿਹੜਾ ਅਸੀਂ ਆਪਦੇ ਘਰ ਦੇ ਵਿੱਚ ਪ੍ਰਯੋਗ ਨਹੀਂ ਕਰਦੇ। ਹਾਂ, ਕੋਈ ਉਹਨਾਂ ਨੇ ਗੱਲ ਗਲਤ ਕਹੀ ਹੋਵੇ, ਤੁਸੀਂ ਠੋਕ ਕੇ ਟਿੱਪਣੀ ਕਰੋ, ਆਪਾਂ ਅਗਲੀ ਵਾਰੀ ਪੁੱਛ ਲਾਂਗੇ। ਕੋਈ ਕਮੀ ਉਹਨਾਂ ਤੋਂ ਰਹਿ ਗਈ ਹੋਵੇ, ਕਿਸੇ ਦੇ ਉੱਤੇ ਪਰਚਾ ਕਰਾਇਆ ਹੋਵੇ, ਕੋਈ ਰੇਤਾ ਦੀ ਖੱਡ ਹੋਵੇ, ਕੋਈ 350-60 ਕਰੋੜ ਦੀ ਵੀ ਗੱਲ ਹੋਵੇ, ਖੁੱਲ੍ਹਾ ਜਿੰਨਾ ਪਲੇਟਫਾਰਮ ਇਹਨਾਂ ਲਈ ਖੁੱਲ੍ਹਾ, ਉਹਦੇ ਤੋਂ ਦੁੱਗਣਾ ਤੁਹਾਡੇ ਲਈ ਖੁੱਲ੍ਹਾ। ਤੁਸੀਂ ਟਿੱਪਣੀ ਕਰ ਦਿਓ, ਸਵਾਲ ਲਿਖ ਲਿਓ, ਤਾਂ ਆਪਾਂ ਅਗਲੀ ਵਾਰੀ ਇਹਨਾਂ ਤੋਂ ਫਿਰ ਪੁੱਛ ਲਾਂਗੇ। ਇੱਥੇ ਹੀ ਦਿਓ ਪਰਮਜੀਤ ਸਿੰਘ ਬਾਠ ਨੂੰ ਆ ਕੇ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।